ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਹਿਬ ਜੀ। ਜਾ ਕੈ ਵਸ ਖਾਨ ਸੁਲਤਾਨ, ਜਾ ਕੈ ਵਸ ਹੈ ਸਗਲ ਜਹਾਨ। ਜਾ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾਹੀ ਕੋਇ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਬਾਹੇ। ਜਿਸ ਸਿਮਰਤ ਦੁਖ ਡੇਰਾ ਟਹੈ, ਜਿਸ ਸਿਮਰਤ ਜਮ ਕਿਛ ਨਾ ਕਹੈ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹੁਨ ਤਰੇ। ਸੰਤ ਸਭਾ ਕਉ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕਉ ਨਾਮ ਨਿਵਾਸ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਸ਼ਬਦ ਸੱਚਾ ਸੱਚ ਸੋਹੇਲਾ,
ਜਿੱਥਾ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੀ, ਸਾਚ ਰਖਿਆ ਉਰ ਧਾਰੇ ਰਾਮ। ਸ਼ਬਦ ਸੱਚਾ ਸਚ ਸੋਹਿਲਾ, ਜਿੱਥਾ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲ ਵਿਖ ਕਾਟੀ, ਸਾਚ ਰਖਿਆ ਉਰ ਧਾਰੇ ਰਾਮ। ਸੱਚ ਰਖਿਆ ਉਰ ਧਾਰੇ ਦੁਤਰ ਤਾਰੇ, ਫਿਰ ਭਵ ਜਲ ਤਾਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਅੰਦਰ ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਤਿਗੁਰੂ ਜੀ ਦੀ ਇਲਾਹੀ ਬਾਣੀ, ਦਰਗਾਹੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ ਦੀਆਂ ਧੁਨੀਆਂ ਨਾਲ ਗੜੁੰਦ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਇਸ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ, ਤਾਂ ਕਿ ਸਾਡਾ ਲੋਕ ਪਰਲੋਕ ਸਵਰ ਸਕੇ, ਤਾਂ ਕਿ ਸਾਡਾ ਇੱਥੇ ਆਇਆ ਹੋਇਆ ਸਫਲਾ ਹੋ ਸਕੇ। ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ, ਸ਼ਰਧਾ ਵਿੱਚ, ਸਤਿਕਾਰ ਵਿੱਚ, ਜਿੱਥੇ ਜਿੱਥੇ ਵੀ ਘਰ ਵਿੱਚ ਬੈਠੀਆਂ ਨੇ ਜਾਂ ਜਿੱਥੇ ਜਿੱਥੇ ਵੀ ਸੰਗਤਾਂ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਗੁਰੂ ਕੀ ਸ਼ਬਦ ਹਰ ਰੋਜ਼ ਦੀ ਤਰ੍ਹਾਂ ਸਾਂਝ ਪਾਉਣ ਵਾਸਤੇ ਜੁੜ ਬੈਠੀਆਂ ਨੇ, ਪਿਆਰ ਵਿੱਚ ਭਿੱਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਹਿਰਦੇ ਵਿੱਚ ਯਾਦ ਕਰਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰਾਂ ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਸ਼ਬਦ ਸੱਚਾ ਸੱਚ ਸੋਹਿਲਾ,
ਜਿੱਥਾ ਸੱਚੇ ਕਾ ਹੋਏ ਵਿਚਾਰੋ RAM। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਰਸਨਾ ਦੀ ਤੋਂ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ, ਜਿਹੜਾ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦਾ ਖਜ਼ਾਨਾ, ਅਮੁੱਲ ਖਜ਼ਾਨਾ ਜਿਸ ਦੀ ਕੋਈ ਕੀਮਤ ਨਹੀਂ ਹੈ, ਇਹ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਖਜ਼ਾਨੇ ਵਿੱਚ ਸਤਿਗੁਰੂ ਜੀ ਨੇ ਤਰੁੱਟ ਕੇ ਰਹਿਮਤ ਕਰਕੇ ਸਮੁੱਚੇ ਸੰਸਾਰ ਨੂੰ ਇੱਕ ਸਫਲ ਜੀਵਨ ਦੀ ਜਾਂਚ ਬਖਸ਼ਿਸ਼ ਕੀਤੀ ਹੈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਪੜ੍ਹਦੇ ਹਾਂ, ਕੀਰਤਨ ਵੀ ਕਰਦੇ ਹਾਂ, ਪਰ ਫਿਰ ਵੀ ਪਾਠ ਵੀ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ, ਫਲਸਫੇ ਤੋਂ ਅਸੀਂ ਕਈ ਵਾਰ ਨਾ ਵਾਕਫ ਰਹਿ ਜਾਂਦੇ ਹਾਂ। ਜਿਹੜੀ ਸਾਡੀ ਗੁਰੂ ਨਾਲ ਇੱਕ ਮਿਕਤਾ ਹੋਣੀ ਚਾਹੀਦੀ ਹੈ, ਉਹ ਹੋ ਨਹੀਂ ਪਾਉਂਦੀ। ਉਸ ਦਾ ਕਾਰਨ ਇਹ ਹੈ ਕਿ ਅਸੀਂ ਬਹੁਤ ਗਿਣਤੀਆਂ ਕੀਤੀਆਂ, ਪਰ ਹਿਰਦੇ ਵਿੱਚ ਵਸਾਉਣ ਵਾਸਤੇ ਸਤਿਗੁਰੂ ਜੀ ਦੀ ਬਾਣੀ ਨੂੰ ਕੋਈ ਯਤਨ ਨਹੀਂ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਂਦੀ ਹੈ ਤੇ ਆਤਮਿਕ ਰਸ ਪੈਦਾ ਹੁੰਦਾ ਹੈ, ਅੰਦਰ ਆਨੰਦ ਪੈਦਾ ਹੁੰਦਾ ਹੈ, ਅੰਦਰ ਹੁਲਾਸ ਪੈਦਾ ਹੁੰਦਾ ਹੈ। ਸਤਿਗੁਰੂ ਜੀ ਦੀ ਇਹ ਬਾਣੀ ਜਿਹੜੀ ਹੈ, ਇਹ ਰੱਬੀ ਬਾਣੀ ਹੈ। ਆਪਾਂ ਪੜ੍ਹਦੇ ਧੁਰ ਕੀ ਬਾਣੀ ਆਈ, ਇਹ ਦਰਗਾਹ ਤੋਂ ਆਏ ਹੋਏ ਬੋਲ ਨੇ, ਇਸ ਸੰਸਾਰ ਦੇ ਨਹੀਂ, ਨਿਰੰਕਾਰ ਦੇ ਬੋਲ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਜ਼ਿਕਰ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਉਹ ਮਹਾਨ ਖਜ਼ਾਨਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਸਰੂਪ ਹੈ। ਪਰ ਅਸੀਂ ਕਿਤੇ ਨਾ ਕਿਤੇ ਗੁਰੂ ਕੀ ਬਾਣੀ ਨੂੰ ਸਮਝਣ ਵਿੱਚ ਨਾਕਾਮ ਹਾਂ। ਉਹਦਾ ਕੋਈ ਹੋਰ ਕਾਰਨ ਨਹੀਂ ਹੈ, ਜ਼ਿਆਦਾ ਸਾਡਾ ਸੁਭਾਅ ਦਿਖਾਵੇ ਵਾਲਾ ਬਣ ਗਿਆ ਹੈ। ਜਦੋਂ ਪਿਆਰ ਵਾਲਾ ਬਣ ਜਾਏਗਾ ਤੇ ਸਮਝ ਆਉਣੀ ਸਹਿਜੇ ਹੀ ਲੱਗ ਜਾਏਗੀ। ਬਹੁਤ ਵੱਡੀ ਗੱਲ ਨਹੀਂ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਅਸੀਂ ਦਰਸ਼ਨ ਦੀਦਾਰ ਕਰਨ ਦਾ ਯਤਨ ਕਰੀਏ, ਬਹੁਤਾਤ ਅਸੀਂ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਖਜ਼ਾਨੇ ਵਿੱਚ ਮਾਇਆ ਵੀ ਪਾਉਂਦੇ ਹਾਂ, ਹੋਰ ਬਹੁਤ ਸਾਰੀਆਂ ਸੇਵਾਵਾਂ ਅਸੀਂ ਕਰਦੇ ਹਾਂ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੇ ਕਿਤੇ ਸਾਨੂੰ ਸਹੀ ਮਾਇਨਿਆਂ 'ਚ ਦਰਸ਼ਨ ਦੀਦਾਰ ਹੋ ਜਾਣ, ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਸਹੀ ਦਰਸ਼ਨ ਹੋ ਜਾਣ, ਤੇ ਫਿਰ ਅੰਦਰ ਜ਼ਰੂਰ ਆਨੰਦ ਬਣੇਗਾ। ਤੇ ਆਨੰਦ ਉਹ ਬਣੇਗਾ ਜਿਸ ਆਨੰਦ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ, ਜਿਸ ਆਨੰਦ ਵਿੱਚ ਕੋਈ ਕਿਸੇ ਕਿਸਮ ਦਾ ਉਹ ਖੜਾਓ ਪੈਦਾ ਹੋਏਗਾ, ਜਿਹੜਾ ਖੜਾਓ ਕਦੀ ਮੁਰਝਾਉਂਦਾ ਨਹੀਂ ਹੈ, ਕਦੀ ਕਮਲਾਉਂਦਾ ਨਹੀਂ ਹੈ। ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਦੁੱਖ ਸੁੱਖ ਤੇ ਆਉਂਦੇ ਜਾਂਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਹਰ ਜ਼ਿਲਦ ਦੇ ਉੱਪਰ
6 ਅੱਖਰ ਲਿਖੇ ਹੈ। ਪਹਿਲਾ ਅੱਖਰ ਹੈ ਆਦ। ਆਦ ਦਾ ਅੱਖਰੀ ਅਰਥ ਹੁੰਦਾ ਹੈ ਮੁੱਢ। ਆਦ ਦਾ ਅੱਖਰੀ ਅਰਥ ਹੁੰਦਾ ਹੈ ਪਹਿਲਾ। ਆਦ ਦਾ ਅੱਖਰੀ ਅਰਥ ਹੁੰਦਾ ਹੈ ਸ਼ੁਰੂ ਵਾਲਾ। ਇਹ ਪਹਿਲਾ ਗ੍ਰੰਥ ਹੈ। ਬੜੀ ਹੈਰਾਨੀ ਹੋਈ, ਮਨ ਅੰਦਰ ਇੱਕ ਵਾਰ ਸਵਾਲ ਉਤਪੰਨ ਹੋਇਆ, ਕਿਸੇ ਵੇਲੇ ਆਪ ਜੀ ਦੇ ਮਨ ਵਿੱਚ ਵੀ ਆ ਸਕਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪਾਦਨਾ 1604 ਵਿੱਚ ਹੋਈ, ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 1604 ਵਿੱਚ ਹੋਇਆ। ਫਿਰ ਇਹਨੂੰ ਇਸ ਤੋਂ ਪਹਿਲਾਂ ਕੋਈ ਗ੍ਰੰਥ ਹੋਰ ਨਹੀਂ ਲਿਖਿਆ ਗਿਆ, ਅਸੀਂ ਇਹਨੂੰ ਆਦ ਆਖਦੇ ਹਾਂ। ਤਾਂ ਜਦੋਂ ਇਤਿਹਾਸ ਨੂੰ ਵਾਚਿਆ, ਇਸ ਤੋਂ ਪਹਿਲਾਂ ਬਹੁਤ ਸਾਰੇ ਗ੍ਰੰਥ ਲਿਖੇ ਗਏ, ਧਾਰਮਿਕ ਗ੍ਰੰਥ ਵੀ ਲਿਖੇ ਗਏ, ਤੇ ਸਵਾਲ ਸਟਿਲ ਸੀ ਕਿ ਫਿਰ ਅਸੀਂ ਆਦ ਕਿਉਂ ਆਖਦੇ ਹਾਂ। ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਕਿਰਪਾ ਕੀਤੀ, ਜੋ ਬਖਸ਼ਿਸ਼ ਕੀਤੀ, ਇਹ ਪਹਿਲਾ ਗ੍ਰੰਥ ਹੈ ਸੰਸਾਰ ਦਾ। ਤੁਸੀਂ ਜਿਤਨੇ ਵੀ ਗ੍ਰੰਥ ਪੜੋਗੇ, ਖਾਸ ਕਰਕੇ ਧਾਰਮਿਕ ਗ੍ਰੰਥ ਪੜੋਗੇ, ਤੁਸੀਂ ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਪੜੋਗੇ, ਉਹ ਹਿੰਦੂ ਧਰਮ ਨੂੰ ਅਗਵਾਈ ਦਿੰਦੇ ਨੇ। ਤੁਸੀਂ ਇਸਲਾਮ ਧਰਮ ਦੇ ਧਾਰਮਿਕ ਗ੍ਰੰਥ ਪੜੋਗੇ, ਉਹ ਇਸਲਾਮ ਧਰਮ ਨੂੰ ਐਡਵਾਈਜ਼ ਕਰਦੇ ਨੇ। ਲੇਕਿਨ ਇਹ ਸੰਸਾਰ ਦਾ ਪਹਿਲਾ ਗ੍ਰੰਥ ਹੈ, ਦੁਨੀਆ ਦੇ ਹਰ ਮਨੁੱਖ ਨੂੰ ਜਿਹੜਾ ਅਗਵਾਈ ਦਿੰਦਾ ਹੈ, ਚਾਹੇ ਕਿਸੇ ਜਾਤ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਤੋਂ ਦੇ ਰਹਿਣ ਵਾਲਾ ਹੋਵੇ, ਗਰੀਬ ਹੋਵੇ ਜਾਂ ਅਮੀਰ ਹੋਵੇ, ਪ੍ਰਜਾ ਹੋਵੇ ਜਾਂ ਰਾਜਾ ਹੋਵੇ। ਇਹ ਪਹਿਲਾ ਗ੍ਰੰਥ ਹੈ ਜਿਹੜਾ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦਿੰਦਾ ਹੈ। ਦੂਸਰਾ ਨੁਕਤਾ ਇਹ ਹੈ, ਜਿਤਨੇ ਵੀ ਗ੍ਰੰਥ ਲਿਖੇ ਗਏ, ਧਾਰਮਿਕ ਗ੍ਰੰਥ ਲਿਖੇ ਗਏ ਖਾਸ ਕਰਕੇ, ਉਹ ਪੈਗੰਬਰਾਂ ਦੇ ਬਹੁਤ ਸਮਾਂ ਜਾਣ ਤੋਂ ਬਾਅਦ ਚੋਂ ਲਿਖੇ ਗਏ। ਔਰ ਇਹ ਪਹਿਲਾ ਗ੍ਰੰਥ ਹੈ ਜਿਸ ਨੂੰ ਪੈਗੰਬਰ ਨੇ ਆਪ ਕੋਲ ਬੈਠ ਕੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੈ। ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਅਸੀਂ ਕੋਈ ਛੋਟੀ ਜੀ ਪੱਤਰ ਲਿਖਣੀ ਹੋਵੇ, ਚਿੱਠੀ ਲਿਖਣੀ ਹੋਵੇ, ਬਜ਼ੁਰਗ ਬੈਠੇ ਨੇ, ਪੁਰਾਤਨ ਸਮੇਂ ਵਿੱਚ ਚਿੱਠੀਆਂ ਪਾਈਆਂ ਜਾਂਦੀਆਂ ਸੀ, ਤੇ ਕਈ ਵਾਰ ਚਿੱਠੀ ਲਿਖਣ ਵਾਲਾ ਚਿੱਠੀ ਲਿਖਾਉਣ ਵਾਲੇ ਦੀ ਭਾਵਨਾ ਨਹੀਂ ਸੀ ਸਮਝਦਾ, ਤੇ ਉਹਦੇ ਵਿੱਚ ਫਰਕ ਪੈ ਜਾਂਦਾ ਸੀਗਾ। ਦੋ ਸ਼ਬਦਾਂ ਦਾ ਸੁਨੇਹਾ ਦੂਸਰੇ ਤੱਕ ਪਹੁੰਚਾਉਣਾ ਹੋਵੇ, ਉਹਦੇ ਵਿੱਚ ਬੜਾ ਵੱਡਾ ਅੰਤਰ ਆ ਜਾਂਦਾ ਹੈ। ਲੇਕਿਨ ਇਹ ਪਹਿਲਾ ਗ੍ਰੰਥ ਹੈ ਜਿਹਦੀ ਭਾਵਨਾ ਵਿੱਚ ਵੀ ਕੋਈ ਅੰਤਰ ਨਹੀਂ, ਕਿਉਂਕਿ ਗੁਰੂ ਨੇ ਕੋਲ ਬੈਠ ਕੇ ਆਪ ਲਿਖਵਾਇਆ ਹੈ, ਆਪ ਚੈੱਕ ਕੀਤਾ ਹੈ। ਇਸ ਤੋਂ ਵੀ ਇੱਕ ਹੋਰ ਮਹਾਨ ਨੁਕਤਾ ਹੈ, ਸੰਸਾਰ ਤੇ ਜਿੰਨੇ ਵੀ ਗ੍ਰੰਥ ਹੋਏ ਨੇ, ਚਾਹੇ ਧਾਰਮਿਕ ਗ੍ਰੰਥ ਹੋਏ ਨੇ, ਕਿਸੇ ਪੈਗੰਬਰ ਨੇ ਉਸ ਗ੍ਰੰਥ ਨੂੰ, ਆਪਣੇ ਲਿਖੇ ਗ੍ਰੰਥ ਨੂੰ ਕਦੀ ਕਿਸੇ ਨੇ ਮੱਥਾ ਨਹੀਂ ਟੇਕਿਆ। ਸੰਸਾਰ ਦਾ ਪਹਿਲਾ ਗ੍ਰੰਥ ਹੈ ਜਿਸ ਨੂੰ ਕਿਸੇ ਪੈਗੰਬਰ ਨੇ ਆਪ ਚਰਨਾਂ ਵਿੱਚ ਸਿਰ ਰੱਖ ਕੇ ਇਹ ਗੱਲ ਕਹੀ ਹੋਵੇ, ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੇਰੇ ਕਹਿਣ ਤੋਂ ਭਾਵ, ਜੇ ਗੁਰੂ ਪਦਵੀ ਹਾਸਲ ਹੈ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲ। ਇਸ ਕਰਕੇ ਅਸੀਂ ਇਹਨੂੰ ਆਦ ਆਖਦੇ ਹਾਂ। ਪਹਿਲਾ ਨੁਕਤਾ ਇਹ ਹੈ, ਮੈਂ ਸੰਖੇਪ ਜਿਹਾ ਸਾਂਝਾ ਕਰ ਦੇਵਾਂ ਕਿ ਆਦ ਕਿਉਂ ਆਖਦੇ। ਪਹਿਲੀ ਗੱਲ ਕਿ ਇਹ ਸਮੁੱਚੀ ਮਾਨਵਤਾ ਨੂੰ ਅਗਵਾਈ ਪਿਆ ਦਿੰਦਾ ਹੈ। ਦੂਸਰੀ ਗੱਲ ਕਿ ਇਹਨੂੰ ਪੈਗੰਬਰ ਨੇ ਆਪ ਕੋਲ ਬੈਠ ਕੇ ਲਿਖਵਾਇਆ ਹੈ, ਭਾਵਨਾ ਵਿੱਚ ਵੀ ਅੰਤਰ ਨਹੀਂ ਹੈ। ਤੀਸਰੀ ਗੱਲ ਕਿ ਗੁਰੂ ਪਦਵੀ ਹਾਸਲ ਹੈ, ਕਿਸੇ ਗ੍ਰੰਥ ਕੋਲ ਹੈ, ਤੇ ਇਹ ਪਹਿਲਾ ਗ੍ਰੰਥ ਹੈ। ਵੈਸੇ ਹੋਰ ਵੀ ਬਹੁਤ ਸਾਰਾ ਕੁਝ ਕਿਹਾ ਜਾ ਸਕਦਾ ਹੈ। ਦੂਸਰਾ ਅੱਖਰ ਹੈ ਸ਼੍ਰੀ। ਸ਼੍ਰੀ ਅੱਖਰ ਦਾ ਅੱਖਰੀ ਅਰਥ ਹੁੰਦਾ ਹੈ ਸਿਰਮੌਰ, ਸ਼੍ਰੋਮਣੀ। ਮੈਂ ਗੱਲ ਕਰ ਰਿਹਾ ਸੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸ਼੍ਰੀ ਦੀ ਸੰਖੇਪ ਜੀ ਸਾਂਝ ਕਰੀਏ। ਸਿਰਮੌਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਖਣੀ ਹੋਵੇ, ਤੁਸੀਂ ਕਿਸੇ ਵੀ ਪੱਖ ਤੋਂ ਦੇਖ ਲੈਣਾ, ਰਾਗਾਂ ਤੋਂ, ਤਾਲਾਂ ਤੋਂ, ਗ੍ਰਾਮੈਟੀਕਲੀ ਦੇਖਣਾ ਹੋਵੇ,
ਚਾਹੇ ਇਸ ਦੀ ਭਾਸ਼ਾ ਤੋਂ ਦੇਖਣਾ ਹੋਵੇ, ਕੋਈ ਵੀ ਪੱਖ ਦੇਖੋ, ਛੰਦਾਬੰਦੀ ਤੋਂ ਦੇਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਪੈ ਨਜ਼ਰ ਆਉਣਗੇ। ਵੈਸੇ ਕਿਸੇ ਵੀ ਗ੍ਰੰਥ ਨੂੰ ਸਭ ਤੋਂ ਪਹਿਲਾਂ ਸਾਡੇ ਮਨ ਨੂੰ ਖਿੱਚ ਕਿਹੜੀ ਚੀਜ਼ ਪਾਉਂਦੀ ਹੈ? ਉਹਦਾ ਨਾਂ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਂ ਹੀ ਆਪਣੇ ਆਪ ਵਿੱਚ ਸ਼੍ਰੋਮਣੀ ਸਿਰਮੌਰ ਹੈ। ਦੂਸਰੀ ਕਿ ਉਸ ਦੇ ਅੰਦਰ ਵਿਸ਼ਾ ਸੂਚੀ ਕਿਹੜੇ ਕਿਹੜੇ ਸਬਜੈਕਟ ਨੇ, ਤੇ ਜੀਵਨ ਨਾਲ ਹਰ ਤਰ੍ਹਾਂ ਦਾ ਸਬਜੈਕਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈ। ਤੇ ਤੀਸਰੀ ਕੀ ਉਹਨਾਂ ਨਾਲ ਇਨਸਾਫ ਵੀ ਹੈ। ਜਦੋਂ ਅਸੀਂ ਕਿਸੇ ਦੁਕਾਨ ਤੇ ਜਾਂਦੇ ਹਾਂ, ਦੁਕਾਨ ਤੇ ਜਾ ਕੇ ਗ੍ਰੰਥ ਲੈਣ ਲੱਗਦੇ ਹਾਂ, ਤੇ ਸਭ ਤੋਂ ਪਹਿਲਾਂ ਅਸੀਂ ਗ੍ਰੰਥ ਦਾ ਨਾਂ ਦੇਖਦੇ ਹਾਂ, ਫਿਰ ਉਹਦੇ ਵਿੱਚ ਸਬਜੈਕਟ ਚੈੱਕ ਕਰਦੇ ਹਾਂ ਕਿ ਇਹ ਸਬਜੈਕਟ ਸਾਡੇ ਅਨੁਕੂਲ ਹਨ ਜਾਂ ਨਹੀਂ ਹਨ, ਸਾਨੂੰ ਇਹਦੇ ਵਿੱਚੋਂ ਕਿੰਨਾ ਕੁ ਮਟੀਰੀਅਲ ਮਿਲੇਗਾ। ਤੇ ਉਹ ਚੈੱਕ ਕਰਨ ਲਈ ਇੱਕ ਜ਼ਰੂਰੀ ਗੱਲ ਹੁੰਦੀ ਹੈ ਕਿ ਸਾਰੀ ਗ੍ਰੰਥ ਕਈ ਵਾਰ ਪੜ੍ਹਨ ਲਈ ਟਾਈਮ ਨਹੀਂ ਹੁੰਦਾ, ਥੋੜ੍ਹੇ ਸੰਖੇਪ। ਹਰ ਗ੍ਰੰਥ ਨੂੰ ਲਿਖਣ ਵਾਲੇ ਨੇ ਉਹਦੀ ਭੂਮਿਕਾ ਲਿਖੀ ਹੁੰਦੀ ਹੈ, ਕੁਝ ਸਫ਼ਿਆਂ ਦੀ ਭੂਮਿਕਾ ਪੜ੍ਹਨ ਤੋਂ ਪਤਾ ਲੱਗ ਜਾਂਦਾ ਕਿ ਵਿਚਲੇ ਸਬਜੈਕਟਾਂ ਨਾਲ ਉਹਨੇ ਕਿਤਨਾ ਕੁ ਇਨਸਾਫ ਕੀਤਾ ਹੋਏਗਾ। ਤੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭੂਮਿਕਾ ਹੈ, 1430 ਅੰਕ ਦਾ ਗ੍ਰੰਥ ਹੋਵੇ, ਜਿਹਦੀ ਜਪਜੀ ਸਾਹਿਬ ਦੇ 8 ਅੰਕ ਦੇ ਅੰਦਰ ਭੂਮਿਕਾ ਦਿੱਤੀ ਹੋਵੇ, ਇੰਨੀ ਸੰਖੇਪ ਭੂਮਿਕਾ ਦੁਨੀਆ ਦਾ ਕੋਈ ਗ੍ਰੰਥ ਨਹੀਂ ਹੈ। ਇਸ ਤੋਂ ਵੀ ਛੋਟੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਪਜੀ ਸਾਹਿਬ ਵਿੱਚ ਭੂਮਿਕਾ ਹੈ। ਜਪਜੀ ਸਾਹਿਬ ਦੀ ਭੂਮਿਕਾ ਮੂਲ ਮੰਤਰ ਵਿੱਚ ਦਿੱਤੀ ਹੈ। ਹੈਰਾਨ ਹੋਵੋਗੇ ਕਿ ਮੂਲ ਮੰਤਰ ਦੀ ਭੂਮਿਕਾ ਇੱਕ ਓੰਕਾਰ ਦੇ ਅੰਦਰ ਦਿੱਤੀ ਹੈ, ਇੱਕ ਸ਼ਬਦ ਦੇ ਅੰਦਰ। ਦੁਨੀਆ ਦਾ ਕੋਈ ਐਸਾ ਗ੍ਰੰਥ ਸੰਸਾਰ ਤੇ ਨਹੀਂ ਹੈ ਜਿਸ ਗ੍ਰੰਥ ਦੀ ਭੂਮਿਕਾ ਇੱਕ ਅੱਖਰ ਵਿੱਚ ਹੋਵੇ, ਕੇਵਲ ਇੱਕ ਅੱਖਰ ਵਿੱਚ। ਕਮਾਲ ਹੈ। ਫਿਰ ਕਹਿਣ ਦੇਣਾ ਕਿ ਜੇ ਭੂਮਿਕਾ ਤੋਂ ਦਰਸ਼ਨ ਕਰੀਏ ਤੇ ਤਾਂ ਵੀ ਸ਼੍ਰੀ ਨੇ, ਸ਼੍ਰੋਮਣੀ ਨੇ, ਸਿਰਮੌਰ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿਰਮੌਰਤਾ ਇੱਕ ਨਹੀਂ, ਅੱਜ ਦਾ ਸੰਸਾਰ ਸਾਡੀਆਂ ਅੱਖਾਂ ਦੇ ਸਾਹਮਣੇ ਦਿਖ ਰਿਹਾ ਹੈ। ਸਾਇੰਸ ਵੀ ਉਸ ਰੱਬ ਜੀ ਦੇ ਅੱਗੇ, ਪ੍ਰਮਾਤਮਾ ਅੱਗੇ ਗੋਡੇ ਟੇਕੀ ਪਈ ਦਿਖਦੀ ਹੈ, ਅੱਜ ਦਿਖੀ ਹੈ। ਵੈਸੇ ਸੰਸਾਰ ਦਾ ਹਰ ਮਨੁੱਖ ਸਾਇੰਸ ਦੇ ਪਿੱਛੇ ਪਗਲਾ ਹੋ ਗਿਆ, ਸਾਰਾ ਕੁਝ ਸਮਝ ਲਿਆ ਸ਼ਾਇਦ, ਲੇਕਿਨ ਜਿਹੜੀਆਂ ਖੋਜਾਂ, ਜਿਹੜੀਆਂ ਗੱਲਾਂ ਸਾਇੰਸ ਨਹੀਂ ਦੱਸ ਸਕੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਵੀ ਦੱਸਦੇ ਨੇ। ਜਿੱਥੇ ਸਾਇੰਸ ਨਹੀਂ ਪਹੁੰਚ ਸਕੀ, ਜਿੱਥੇ ਸਾਇੰਸ ਦਾ ਐਂਡ ਹੁੰਦਾ ਹੈ, ਐਂ ਕਹਿਣ ਦੇਣਾ ਉੱਥੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੁੰਦੀ ਹੈ। ਆਖੋ ਸਤਨਾਮ, ਆਖੋ ਸਤਨਾਮ। ਜਿੱਥੇ ਦੁਨੀਆ ਦੀ ਸਾਇੰਸ ਮੁੱਕਦੀ ਹੈ, ਉੱਥੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਇੰਸ ਸ਼ੁਰੂ ਹੀ ਹੁੰਦੀ ਹੈ। ਏਡਾ ਵੱਡਾ ਖਜ਼ਾਨਾ ਹੈ, ਏਡਾ ਮਹਾਨ ਖਜ਼ਾਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੈਂ ਕਾਲਫ ਲਿਖਦਾ ਸਿੱਖੋ, ਮੈਂ ਸੰਖੇਪ ਵਿੱਚ ਅਰਜ਼ ਕਰਾਂ। ਕਹਿੰਦਾ ਸਿੱਖੋ ਮੇਰੇ ਤੇ ਸਵਾਲ ਕਰੋ, ਮੈਨੂੰ ਤੇ ਤੁਹਾਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਮੇਰੇ ਤੇ ਸਵਾਲ ਕਰੋ। ਤੁਹਾਡਾ ਸਵਾਲ ਚਾਹੇ ਕਹਿੰਦਾ ਬੱਚਿਆਂ ਦੇ ਸੰਬੰਧ ਵਿੱਚ ਹੋਵੇ, ਤੁਹਾਡਾ ਸਵਾਲ ਚਾਹੇ ਪੇਰੈਂਟਸ ਦੇ ਸੰਬੰਧ, ਮਾਪਿਆਂ ਦੇ ਸੰਬੰਧ ਵਿੱਚ ਹੋਵੇ, ਤੁਹਾਡਾ ਸਵਾਲ ਪਤਨੀ ਦੇ ਸੰਬੰਧ ਵਿੱਚ ਹੋਵੇ ਜਾਂ ਪਤੀ ਦੇ ਸੰਬੰਧ ਵਿੱਚ ਹੋਵੇ, ਸਵਾਲ ਚਾਹੇ ਖੇਤੀ ਜਾਂ ਵਪਾਰ ਦੇ ਸੰਬੰਧ ਵਿੱਚ ਹੋਵੇ ਜਾਂ ਨੌਕਰੀ ਦੇ ਸੰਬੰਧ ਵਿੱਚ ਹੋਵੇ। ਕਹਿੰਦਾ ਚਾਹੇ ਤੁਹਾਡਾ ਸਵਾਲ ਸਾਇੰਸ ਨਾਲ ਸੰਬੰਧਿਤ ਹੋਵੇ ਤੇ ਚਾਹੇ ਤੁਹਾਡਾ ਸਵਾਲ ਲਾ ਨਾਲ ਸੰਬੰਧਿਤ ਹੋਵੇ। ਲਾ ਕਹਿੰਦਾ ਚਾਹੇ ਹਿੰਦੁਸਤਾਨ ਦਾ ਹੋਵੇ, ਅਮਰੀਕਾ ਦਾ ਹੋਵੇ, ਕੈਨੇਡਾ ਦਾ ਹੋਵੇ, ਪਾਕਿਸਤਾਨ ਦਾ, ਦੁਨੀਆ ਦੇ ਕਿਸੇ ਵੀ ਕੰਟਰੀ ਦਾ ਹੋਵੇ। ਅਖੀਰ ਤੇ ਇੱਕ ਗੱਲ ਕਹਿੰਦਾ ਮੁਖਤਸਰ ਕਹਿੰਦਾ ਸਿੱਖੋ ਮੇਰੇ ਤੇ ਸਵਾਲ ਕਰੋ, ਦੁਨੀਆ ਦਾ ਕੋਈ ਵੀ ਸਵਾਲ ਕਰੋ, ਤੁਹਾਡੇ ਹਰ ਸਵਾਲ ਦਾ ਜਵਾਬ ਮੈਂ ਤੁਹਾਨੂੰ ਤੁਹਾਡੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਦਿਆਂਗਾ। ਆਖੋ ਸਤਨਾਮ। ਦੁਨੀਆ ਦੇ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈਗਾ ਹੈ। ਤੇ ਕਹਿਣ ਦੇਣਾ ਕਿ ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਨੇ, ਸਿਰਮੌਰ ਨੇ। ਮੁਕਤਸਰ ਗੱਲ ਕਰਾਂ, ਇੰਨੀ ਵੱਡੀ ਗੱਲ ਹੋਵੇ ਜਿਸ ਨੂੰ ਕਿਤੇ ਨਾ ਕਿਤੇ ਅਸੀਂ
ਇਗਨੋਰ ਕਰ ਬੈਠੇ। ਇਹ ਪੂਰੀ ਦੁਨੀਆ ਨੂੰ ਅਗਵਾਈ ਬਖਸ਼ਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੀ ਮਾਨਵਤਾ ਨੂੰ ਸਿਧਾਂਤ ਨੇ। ਇਹ ਪੂਰੀ ਮਾਨਵਤਾ ਦਾ ਫਲਸਫਾ ਹੈ, ਪੂਰੀ ਮਾਨਵਤਾ ਦੇ ਸਿਧਾਂਤ ਨੇ। ਤੇ ਇਹ ਉਹ ਅੰਮ੍ਰਿਤ ਦਾ ਖਜ਼ਾਨਾ ਹੈ ਜਿਹੜਾ ਪੀ ਲੈਂਦਾ ਹੈ ਉਹ ਸੱਚਮੁੱਚ ਅਮਰ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ। ਉਸ ਦੇ ਜੀਵਨ ਦੇ ਅੰਦਰ ਹੁਲਾਸ ਪੈਦਾ ਹੁੰਦਾ ਹੈ, ਆਨੰਦ ਪੈਦਾ ਹੁੰਦਾ ਹੈ। ਉਹ ਦਾਤੇ ਨੂੰ ਚੁੱਕ ਜਾਂਦਾ ਹੈ। ਫਿਰ ਸਾਰੀਆਂ ਦੁਨੀਆ ਦੇ ਵੱਡੇ ਵੱਡੇ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਦੁੱਖ ਨਹੀਂ ਆਉਂਦੇ, ਦੁੱਖ ਆ ਵੀ ਜਾਣ ਪਰ ਦੁੱਖਾਂ ਵਿੱਚੋਂ ਬੜੇ ਸੌਖੇ ਤਰੀਕੇ ਨਾਲ ਨਿਕਲ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਆਤਮਕ ਬਲ ਇਤਨਾ ਆ ਜਾਂਦਾ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦਾ ਹੈ, ਹਿਰਦੇ ਵਿੱਚ ਵਸਾਉਂਦਾ ਹੈ, ਉਹਦੇ ਆਤਮਾ ਦੇ ਅੰਦਰ ਬਲ ਇਤਨਾ ਆ ਜਾਂਦਾ ਹੈ, ਇਤਨਾ ਬਲ ਆ ਜਾਂਦਾ ਹੈ, ਇਤਨਾ ਬਲ ਆ ਜਾਂਦਾ ਹੈ ਕਿ ਉਹ ਦੁਨੀਆ ਦੀ ਵੱਡੀ ਤੋਂ ਵੱਡੀ ਮੁਸੀਬਤ ਵਿੱਚੋਂ ਵੀ ਸਹਿਜੇ ਪਾਰ ਕਰ ਜਾਂਦਾ ਹੈ। ਮੈਂ ਸ਼੍ਰੀ ਅੱਖਰ ਦੇ ਉੱਤੇ ਸਿਰਫ ਇੰਨਾ ਕੁ ਕਹਿ ਦੇਵਾਂ, ਲੰਬਾ ਚੌੜਾ ਫਿਰ ਕਦੀ ਸਾਂਝਾ ਕਰਾਂਗਾ ਕਿ ਇੱਕ ਜੀਵਨ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਦੱਸਣੀ ਹੋਵੇ, ਇੱਕ ਜੀਵਨ ਨਹੀਂ, ਲੱਖਾਂ ਅਰਬਾਂ ਵਾਰ ਜਨਮ ਲੈ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਉਮਰ ਸਿਰਮੌਰਤਾ ਦੱਸਦੇ ਰਹੀਏ ਤੇ ਤਾਂ ਵੀ ਥੋੜੀ ਹੋਵੇਗੀ, ਤਾਂ ਵੀ ਪੂਰਨ ਤੌਰ ਤੇ ਦੱਸੀ ਨਹੀਂ ਜਾ ਸਕਦੀ। ਇਤਨੀ ਸਿਰਮੌਰਤਾ ਹੈ, ਸਿਰਫ ਇਹਨੂੰ ਅਨੁਭਵ ਹੀ ਕੀਤਾ ਜਾ ਸਕਦਾ ਹੈ। ਸ਼ਬਦ ਹੈ ਗੁਰੂ, ਜਿਹੜਾ ਗਿਰੀ ਧਾਤੂ ਤੋਂ ਬਣਿਆ, ਗੋਮਿੰਜ ਅੰਧੇਰਾ ਰੂਹ ਮਿੰਜ ਰੌਸ਼ਨੀ। ਇਸ ਤੋਂ ਅੱਗੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗ੍ਰੰਥ ਸ਼ਬਦ। ਗ੍ਰੰਥ ਦਾ ਆਖਰੀ ਅਰਥ ਹੁੰਦਾ ਹੈ ਬਿਖਰੀਆਂ ਹੋਈਆਂ ਚੀਜ਼ਾਂ ਨੂੰ ਇਕੱਠਿਆਂ ਕਰਨਾ। ਜਿਵੇਂ ਮਾਂ ਬੱਚੇ ਦੇ ਵਾਲ ਇਕੱਠੇ ਕਰਦੀ ਹੈ। ਅੱਜ ਕੱਲ੍ਹ ਬੜੇ ਬੜੇ ਸ਼ੋਰੂਮ ਖੁੱਲ੍ਹੇ ਹੈ, ਉਹਨਾਂ ਸ਼ੋਰੂਮਾਂ ਦੇ ਵਿੱਚ ਸਾਰੇ ਘਰ ਦਾ ਸਮਾਨ ਇੱਕ ਛੱਤ ਥੱਲੇ ਮਿਲ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਹਦੇ ਅੰਦਰ ਜਿੰਨੇ ਭਗਤਾਂ ਦੇ ਰੱਬੀ ਬੋਲ ਦਰਗਾਹੀ ਬੋਲ ਸਨ, ਸਾਰੇ ਇੱਕ ਥਾਂ ਇਕੱਠੇ ਕਰਕੇ ਨਾਂ ਰੱਖ ਦਿੱਤਾ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ ਤੇ ਤਰਸ ਕੀਤਾ ਹੈ, ਸਾਡੇ ਤੇ ਕਿਰਪਾ ਕੀਤੀ ਹੈ, ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਾਨੂੰ ਅੰਮ੍ਰਿਤ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ ਇਹ ਬਾਣੀ ਦਾ। ਤੇ ਅਗਲਾ ਸ਼ਬਦ ਹੈ ਸਾਹਿਬ। ਸਾਹਿਬ ਦਾ ਆਖਰੀ ਅਰਥ ਹੁੰਦਾ ਹੈ ਮਾਲਕ। ਇੱਕ ਗੱਲ ਤੁਹਾਡੇ ਜ਼ਿਹਨ 'ਚ ਰੱਖਦੇ ਹਾਂ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਕੌਣ ਹੈ? ਉਹ ਪਰਮਾਤਮਾ ਕਰਤਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਘੜਿਆ ਹੈ। ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮਾਤਮਾ ਹੈ, ਉਸ ਪਰਮਾਤਮਾ ਦੀ ਸਹੀ ਜਾਣਕਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ। ਫਿਰ ਕਹਿ ਲਈਏ ਕਿ ਸਾਡੇ ਸਾਰਿਆਂ ਦੇ ਮਾਲਕ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ, ਇਸ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ। ਅੱਜ ਡਾਕਟਰ ਕਹਿੰਦੇ ਹੈ ਕਿ ਜਿਹੜੀ ਮਹਾਮਾਰੀ ਫੈਲੀ ਹੈ, ਜੇ ਉਸ ਮਹਾਮਾਰੀ ਤੋਂ ਬਚਣਾ ਹੈ ਤੇ ਸਭ ਤੋਂ ਪਹਿਲੀ ਗੱਲ ਕਿ ਤੁਹਾਡਾ ਮਨੋਬਲ ਤਕੜਾ ਹੋਣਾ ਚਾਹੀਦਾ ਹੈ। ਇਹੀ ਕਹਿੰਦੇ ਨੇ ਨਾ ਸਾਰੇ ਡਾਕਟਰ, ਇੱਕੋ ਗੱਲ ਕਹਿੰਦੇ ਕਿ ਤੁਹਾਡਾ ਮਨੋਬਲ ਤਕੜਾ ਹੋਣਾ ਚਾਹੀਦਾ। ਜਿਹਦਾ ਮਨੋਬਲ ਤਕੜਾ ਹੋਏਗਾ ਉਹ ਮਨੁੱਖ ਬਿਮਾਰੀ ਨਾਲ ਲੜਨ ਵਿੱਚ ਸਫਲ ਹੋ ਸਕਦਾ ਹੈ। ਤੇ ਮੇਰੇ ਬਾਪੂ ਨੇ ਸਾਡਾ ਮਨੋਬਲ ਇੰਨਾ ਚੁੱਕਿਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ, ਉਹਨਾਂ ਦਾ ਮਨੋਬਲ ਇਤਨਾ ਵੱਡਾ ਬਣ ਗਿਆ, ਇੰਨਾ ਵੱਡਾ ਹੋ ਗਿਆ ਕਿ ਆਰੇ ਦੇ ਥੱਲੇ ਖੜੇ ਨੇ। ਜਲਾਦ ਨੇ ਸਿਰ ਤੇ ਆਰਾ ਰੱਖਿਆ ਹੈ ਤੇ ਜਲਾਦ ਸਵਾਲ ਕਰਦਾ ਹੈ, ਕਹਿੰਦਾ ਤੇਰੀ ਕੋਈ ਆਖਰੀ ਡਿਮਾਂਡ ਹੈ ਤੇ ਦੱਸ ਦੇ।
ਤੇ ਬਾਣੀ ਪੜਨ ਵਾਲਾ ਕਹਿੰਦਾ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦੇ। ਕਹਿੰਦਾ ਕਿਉਂ? ਕਹਿੰਦਾ ਜਿਸ ਗੁਰੂ ਨੇ ਮੈਨੂੰ ਇਹ ਬਲ ਦਿੱਤਾ ਹੈ ਆਰੇ ਥੱਲੇ ਖਲੋਣ ਲਈ, ਮੇਰਾ ਮਨੋਬਲ ਬਖਸ਼ਿਸ਼ ਕੀਤਾ ਹੈ, ਮੈਂ ਚਾਹੁੰਦਾ ਹੈ ਕਿ ਮੇਰੇ ਆਖਰੀ ਜਦ ਤੱਕ ਇਹ ਅੱਖਾਂ ਖੁੱਲੀਆਂ ਰਹਿਣ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੁੰਦੇ ਰਹਿਣ। ਜਲਾਦ ਕਹਿੰਦਾ ਹੋਰ ਕੁਛ? ਫਿਰ ਭਾਈ ਮਤੀ ਦਾਸ ਨੇ ਆਰੇ ਦੇ ਦੰਦਿਆਂ ਥੱਲੇ ਉਂਗਲੀ ਫੇਰੀ। ਕਹਿੰਦਾ ਜਲਾਦਾ ਆਰੇ ਦੇ ਤੇਰੇ ਦੇ ਦੰਦੇ ਖੁੰਡੇ ਐ, ਤਿੱਖੇ ਚਾਹੀਦੇ ਐ। ਕਿਉਂ? ਜਲਾਦ ਮੁਸਕਰਾ ਕੇ ਕਹਿੰਦਾ ਮੈਨੂੰ ਪਤਾ ਸੀ ਖੁੰਡੇ ਦੰਦੇ ਵੇਖ ਕੇ ਘਬਰਾਏਗਾ। ਕਹਿੰਦਾ ਨਹੀਂ। ਕਿਉਂ ਕਹਿੰਦਾ ਤਿੱਖੇ ਕਰ ਲੈ? ਕਹਿੰਦਾ ਇਸ ਕਰਕੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮੈਂ ਗੁਰੂ ਦੀ ਬਾਣੀ ਜਪਜੀ ਸਾਹਿਬ ਨੂੰ ਪੜ੍ਹਨ ਲੱਗ ਜਾਣਾ ਹੈ ਤੇ ਗੁਰੂ ਨੇ ਮੈਨੂੰ ਮਨੋਬਲ ਇਹਨਾਂ ਦੇ ਬਖਸ਼ਿਸ਼ ਕੀਤਾ ਹੈ ਕਿ ਮੈਂ ਆਰੇ ਦੇ ਥੱਲੇ ਵੀ ਅਹਿਲ ਤੇ ਅਡੋਲ ਰਹਿਣਾ ਹੈ। ਆਰੇ ਥੱਲੇ ਹਿੱਲਣਾ ਨਹੀਂ। ਤੂੰ ਆਰੇ ਦੇ ਦੰਦੇ ਤਿੱਖੇ ਕਰਕੇ ਚੀਰ ਸਿੱਧਾ ਪੈ ਸਕੇ, ਆਉਣ ਵਾਲੀਆਂ ਨਸਲਾਂ ਫਖਰ ਤੇ ਮਾਣ ਨਾ ਕਹਿਣ ਕਿ ਮਤੀ ਦਾਸ ਆਰੇ ਥੱਲੇ ਵੀ ਅਹਿਲ ਤੇ ਅਡੋਲ ਰਿਹਾ ਸੀ। ਇੰਨਾ ਉਹਦਾ ਮਨੋਬਲ ਤਗੜਾ ਸੀ। ਸਾਇੰਸ ਕਹਿੰਦੀ, ਡਾਕਟਰ ਕਹਿੰਦੇ ਕਿ ਮਨੋਬਲ ਤਗੜਾ ਚਾਹੀਦਾ ਹੈ। ਜਿਸ ਬਾਣੀ ਨੇ ਮਨੋਬਲ ਇੰਨਾ ਬਖਸ਼ਿਆ ਹੋਵੇ ਕਿ ਬੰਦ ਕਟਾਉਣ ਵਾਸਤੇ ਤਿਆਰ ਹੋਵੇ, ਜਿਸ ਬਾਣੀ ਨੇ ਮਨੋਬਲ ਇੰਨਾ ਬਖਸ਼ਿਆ ਹੋਵੇ ਕਿ ਖੋਪਰ ਲਵਾਉਣ ਲਈ ਤਿਆਰ ਹੋਵੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਗੁਰਮੁਖੋ, ਇਸ ਕਰਕੇ ਮੇਰੀ ਅਦਬ ਸਹਿਤ ਬੇਨਤੀ ਹੈ ਸਮੁੱਚੀਆਂ ਸਿੱਖ ਸੰਗਤਾਂ ਨੂੰ, ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਸੰਗਤਾਂ ਘਰਾਂ ਵਿੱਚ ਬੈਠੀਆਂ ਬਾਣੀ ਪੜ੍ਹ ਰਹੀਆਂ ਨੇ। ਸਹਿਜ ਪਾਠ ਘਰਾਂ ਵਿੱਚ ਆਰੰਭ ਕੀਤੇ ਨੇ। ਜਿਨ੍ਹਾਂ ਨੇ ਕੀਤੇ ਨੇ ਮੁਬਾਰਕ, ਜਿਨ੍ਹਾਂ ਨਹੀਂ ਕੀਤੇ ਉਹ ਵੀ ਕਰੋ। ਆਪਣੇ ਬੱਚਿਆਂ ਦੇ ਅੰਦਰ, ਜਿਹੜੇ ਬੱਚੇ ਦੇ ਅੰਦਰ ਗੁਰੂ ਕੀ ਬਾਣੀ ਚਲੀ ਜਾਏਗੀ, ਉਹ ਬੱਚੇ ਦਾ ਮਨੋਬਲ ਇੰਨਾ ਜ਼ਿਆਦਾ ਹੋ ਜਾਏਗਾ ਔਰ ਉਹਦੀ ਇਕਾਗਰਤਾ ਵੀ ਇਤਨੀ ਜ਼ਿਆਦਾ ਹੋ ਜਾਏਗੀ, ਦੂਸਰੇ ਬੱਚਿਆਂ ਦੇ ਮੁਕਾਬਲੇ ਪੜ੍ਹਾਈ ਵਿੱਚ ਕਮਜ਼ੋਰ ਨਹੀਂ ਹੋਏਗਾ। ਬਹੁਤਾਤ ਲੋਕ ਕੀ ਕਹਿੰਦੇ ਨੇ, ਬਾਬਾ ਜੀ ਕੀ ਕਰੀਏ, ਬੱਚਿਆਂ ਤੇ ਪੜ੍ਹਾਈ ਦਾ ਬੜਾ ਬਰਡਨ ਹੈ, ਪੜ੍ਹਾਈ ਵਿੱਚੋਂ ਟਾਈਮ ਨਹੀਂ ਮਿਲਦਾ। ਕਿਹੜੇ ਵੇਲੇ ਪੜ੍ਹਾਈ ਦਾ ਟਾਈਮ ਮਿਲੇ ਹੀ ਤੇ ਪੜ੍ਹਨ। ਯਾਦ ਰੱਖੋ, ਜਿਹੜੇ ਬੱਚੇ ਗੁਰੂ ਕੀ ਬਾਣੀ ਪੜ੍ਹਨਗੇ, ਸਿਮਰਨ ਕਰਨਗੇ, ਉਹਨਾਂ ਬੱਚਿਆਂ ਦੀ ਇਕਾਗਰਤਾ ਹੀ ਵੱਧ ਜਾਂਦੀ ਹੈ ਤੇ ਇਕਾਗਰਤਾ ਦੇ ਨਾਲ ਉਹਨਾਂ ਨੂੰ ਲਰਨ ਕਰਨ ਵਿੱਚ ਵੀ ਦਿੱਕਤ ਨਹੀਂ ਆਉਂਦੀ। ਉਹ ਬੱਚੇ ਤਾਕਤਵਰ ਹੋ ਜਾਂਦੇ ਆ, ਮਾਨਸਿਕ ਤੌਰ ਤੇ ਤਾਕਤਵਰ ਹੋ ਜਾਂਦੇ, ਕਮਜ਼ੋਰ ਨਹੀਂ ਹੁੰਦੇ। ਜਿਹੜੇ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ ਆ ਉਹਨਾਂ ਨੂੰ ਹੀ ਤੇ ਪਰੇਸ਼ਾਨੀਆਂ ਆਉਂਦੀਆਂ, ਉਹੀ ਭੁਲੱਕੜ ਹੁੰਦੇ ਨੇ, ਉਹਨਾਂ ਦੇ ਉੱਤੇ ਹੀ ਮੁਸ਼ਕਲਾਂ ਆਉਂਦੀਆਂ ਨੇ। ਗੁਰੂ ਬਖਸ਼ਿਸ਼ ਕਰਦਾ ਹੈ। ਇਹ ਭੁਲੇਖਾ ਮਨਾਂ ਵਿੱਚੋਂ ਕੱਢ ਦਿਓ ਕਿ ਪਤਾ ਨਹੀਂ ਕੀ ਹੋ ਜਾਏਗਾ, ਸਾਡਾ ਬੱਚਾ ਪਾਠ ਕਰ ਲੱਗ ਜਾਏਗਾ, ਸਕੂਲ ਦੀ ਪੜ੍ਹਾਈ ਵਿੱਚ ਪਿੱਛੇ ਚਲਿਆ ਜਾਏਗਾ। ਕਦੀ ਵੀ ਨਹੀਂ ਜਾ ਸਕਦਾ। ਜਿਹੜਾ ਬੱਚਾ ਗੁਰੂ ਨਾਲ ਜੁੜ ਗਿਆ ਉਹ ਕਦੀ ਦੁਨੀਆ ਦੀਆਂ ਪੜ੍ਹਾਈਆਂ ਵਿੱਚ ਪਿੱਛੇ ਕੀ ਜਾਣਾ, ਉਹ ਸੰਸਾਰ ਦੀ ਪੜ੍ਹਾਈ ਵਿੱਚ ਵੀ ਅਵੱਲ ਹੋਏਗਾ ਤੇ ਨਿਰੰਕਾਰ ਦੀ ਪੜ੍ਹਾਈ ਵਿੱਚ ਵੀ ਅਵੱਲ ਹੋਏਗਾ। ਜਿਹੜਾ ਨਿਰੰਕਾਰ ਦੇ ਘਰ ਵਿੱਚ ਅਵੱਲ ਹੋਵੇ ਉਹ ਸੰਸਾਰ ਵਿੱਚ ਅਵੱਲ ਤਾਂ ਹੋ ਹੀ ਜਾਂਦਾ ਹੈ। ਉਹਦੇ ਤੇ ਕਿਰਪਾ ਸਾਹਿਬ ਆਪ ਹੀ ਕਰ ਦਿੰਦੇ ਹਨ। ਉਹਦੇ ਤੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋ ਜਾਂਦੀ। ਜਿਹੜਾ ਉਹਦੇ ਗੀਤ ਗਾਉਣ ਲੱਗ ਜਾਂਦਾ, ਜਿਹੜੀ ਉਹਦੀ ਸਿਫਤ ਸਲਾਹ ਵਿੱਚ, ਉਹਦੀ ਵਡਿਆਈ ਵਿੱਚ ਜੁੜ ਜਾਂਦਾ। ਆਓ ਸ਼ਬਦ ਦੇ ਅੱਖਰੀ ਅਰਥਾਂ ਨਾਲ ਸਾਂਝ ਕਰਨ ਦਾ ਯਤਨ ਕਰੀਏ। ਸੂਹੀ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਸਾਰੀਆਂ ਸਿੱਖ ਸੰਗਤਾਂ ਘਰਾਂ ਵਿੱਚ ਬੈਠੀਆਂ ਵੇਖੋ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ। ਸਤਿਗੁਰੂ ਜੀ ਨੇ ਇਹ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਹੈ। ਸ਼ਬਦ ਸੱਚਾ ਸੱਚ ਸੋਹੇਲਾ, ਜਿੱਥਾ ਸੱਚੇ ਕਾ ਹੋਏ ਵਿਚਾਰੋ ਰਾਮ। ਸੱਚੇ ਸ਼ਬਦ ਦੁਆਰਾ ਉਸ ਸੋਹਿਲਾ ਦਾ ਅਰਥ ਹੁੰਦਾ ਹੈ ਗੀਤ, ਤੇ ਸੱਚ ਸੋਹਿਲਾ ਦਾ ਸੱਚੇ ਗੀਤ। ਜਿਸ ਦੇ ਹਿਰਦੇ, ਜਿਸ ਮਨੁੱਖ ਦੇ ਹਿਰਦੇ ਵਿੱਚੋਂ ਸੱਚੇ ਗੀਤ ਨਿਕਲਦੇ ਨੇ, ਜਿਹੜੀ ਰਸਨਾ ਤੋਂ ਸੱਚੇ ਗੀਤਾਂ ਦਾ ਜਿਸ ਹਿਰਦੇ ਦੇ ਅੰਦਰ ਵਿਚਾਰ ਚੱਲਦਾ ਹੈ, ਜਿਸ ਹਿਰਦੇ ਦੇ ਅੰਦਰ ਇਸ ਅੰਮ੍ਰਿਤ ਖਜ਼ਾਨੇ ਦੀ ਵਿਚਾਰ ਚੱਲਦੀ ਹੈ, ਸੱਚੇ ਗੀਤ ਦਾ, ਸੱਚੇ ਸ਼ਬਦ ਦੀ ਵਿਚਾਰ ਹੁੰਦੀ ਹੈ, ਮੰਥਨ ਹੁੰਦਾ ਹੈ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੇ ਇਲਾਹੀ ਬੋਲਾਂ ਦਾ। ਹਉਮੈ ਸਭ ਕਿਲ ਵਿਖ ਕਾਟੇ,
ਸਾਚ ਰਖਿਆ ਉਰ ਧਾਰੇ RAM। ਉਹ ਆਪਣੇ ਹਿਰਦੇ ਦੇ ਵਿੱਚ ਸੱਚ ਨੂੰ ਧਾਰਨ ਕਰ ਲੈਂਦੇ ਨੇ, ਪ੍ਰਮਾਤਮਾ ਨੂੰ ਸਿਫਤ ਸਲਾਹ ਨੂੰ ਧਾਰਨ ਕਰ ਲੈਂਦੇ ਆ, ਤੇ ਉਹਨਾਂ ਦੇ ਹਿਰਦੇ ਵਿੱਚੋਂ ਹਉਮੈ ਦਾ ਰੋਗ ਮਿਟ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, दारू ਵੀ ਇਸ ਸਮਾਹ। ਇਹਦਾ दारू ਵੀ ਹੈ। ਉਹ ਜਦੋਂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹਦੇ ਜਿਹੜੇ ਹਉਮੈ ਦੇ ਸਾਰੇ ਰੋਗ ਨੇ, ਕਾਮ ਕਰੋ ਲੋਭ ਮੋਹ ਹੰਕਾਰ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਦੁਈ ਦਵੈਸ਼ ਹੈ, ਉਹ ਉਹਦੇ ਅੰਦਰੋਂ ਸਾਰਾ ਕੁਝ ਕੱਟਿਆ ਜਾਂਦਾ, ਮੁੱਕ ਜਾਂਦਾ ਹੈ। ਸੱਚ ਰਖਿਆ ਉਰ ਧਾਰੇ ਦੁਤਰ ਤਾਰੇ, ਫਿਰ ਭਵ ਜਲ ਤਰਨ ਨਾ ਹੋਈ। ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ, ਜਿਸ ਨੇ ਆਪਣੇ ਜ਼ਿਹਨ ਅੰਦਰ, ਆਪਣੀ ਸੁਰਤ ਅੰਦਰ ਉਸ ਪਰਮਾਤਮਾ ਨੂੰ ਵਸਾ ਲਿਆ ਹੈ। ਸਾਹਿਬ ਜੀ ਕੀ ਕਹਿੰਦੇ ਹੈ? ਸੱਚ ਰੱਖਿਆ ਉਰ ਧਾਰੇ। ਜਿਨ੍ਹਾਂ ਨੇ ਸੱਚ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੈ, ਸਾਹਿਬ ਜੀ ਕਹਿੰਦੇ ਦੁੱਤਰ ਤਾਰੇ। ਉਹ ਔਖੇ ਤੋਂ ਔਖੇ, ਕਠਨ ਤੋਂ ਕਠਨ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਇਹਦੇ ਵਿੱਚ ਛੱਲਾਂ ਆਉਂਦੀਆਂ ਨੇ, ਵਿਸ਼ੇ ਵਿਕਾਰਾਂ, ਲੋਭ ਲਾਲਚ ਦੀਆਂ, ਕਈ ਤਰ੍ਹਾਂ ਦੀਆਂ ਛੱਲਾਂ ਆਉਂਦੀਆਂ ਨੇ, ਈਰਖਾ ਦੁਈ ਦਵੈਸ਼ ਦੀਆਂ। ਉਹਨਾਂ ਛੱਲਾਂ ਤੋਂ ਦੀ ਚਪੇਟ ਤੋਂ, ਲਪੇਟ ਤੋਂ ਉਹ ਮਨੁੱਖ ਬਚ ਜਾਂਦਾ ਹੈ। ਕੌਣ? ਜਿਹਨੇ ਸੱਚ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਭਵਜਲ ਤਰਨ ਨਾ ਹੋਈ, ਤੇ ਫਿਰ ਉਹਦਾ ਜੰਮਣ ਮਰਨ ਨਹੀਂ ਹੁੰਦਾ, ਉਹਦਾ ਲੋਕ ਪਰਲੋਕ ਸਵਰ ਜਾਂਦਾ ਹੈ। ਉਹਨੂੰ ਫਿਰ ਜੰਮਣਾ ਤੇ ਮਰਨਾ ਨਹੀਂ ਪੈਂਦਾ, ਬਾਰ-ਬਾਰ ਉਹਨੂੰ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ। ਗੁਰੂ ਕਿਰਪਾ ਕਰ ਦਿੰਦਾ ਹੈ ਕਿ ਉਹਨੂੰ ਫਿਰ ਇਸ ਸੰਸਾਰ ਸਮੁੰਦਰ ਦੇ ਗੋਤੇ ਨਹੀਂ ਖਾਣੇ ਪੈਂਦੇ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ। ਸਤਿਗੁਰੂ ਨੇ ਕਿਰਪਾ ਕੀਤੀ, ਸੱਚੇ ਗੁਰੂ ਦੀ ਰਹਿਮਤ ਹੋਈ, ਜਿਨਨੇ ਸੱਚੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਉਣ ਦਾ ਲਾਭ ਹੋਏਗਾ। ਸੰਸਾਰ ਦੇ ਅੰਦਰ ਬੜੇ ਬੜੇ ਚੈਨਲਾਂ ਦੇ ਉੱਤੇ ਬੜਾ ਕੁਛ ਆ ਰਿਹਾ ਹੈ। ਕਈ ਲੋਕ ਤਾਂ ਸਤਿਗੁਰੂ ਜੀ ਦੀ ਸੱਚੀ ਬਾਣੀ ਨਾਲ ਜੁੜੇ ਨੇ, ਕਈ ਝੂਠੀ ਬਾਣੀ ਨਾਲ ਵੀ ਜੁੜੇ ਫਿਰਦੇ ਆ। ਯਾਦ ਰੱਖੋ, ਜਿਹੜੇ ਝੂਠੀ ਬਾਣੀ ਨਾਲ ਜੁੜੇ ਨੇ, ਉਹਨਾਂ ਦਾ ਜੀਵਨ ਵਿਨਾਸ਼ਕਾਰੀ ਹੈ, ਨਿਰਾਰਥਕ ਹੈ, ਸਾਰਥਕ ਨਹੀਂ ਹੈ। ਉਹਨਾਂ ਦਾ ਆਤਮਿਕ ਰਸ ਗਵਾਚ ਚੁੱਕਿਆ ਹੈ, ਤੇ ਆਤਮਿਕ ਰਸ ਉਸ ਕੋਲ ਨਹੀਂ। ਜਿੰਨੇ ਮਰਜੀ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਉਹ ਖੱਚਤ ਹੋ ਚੁੱਕਾ ਹੈ। ਔਰ ਜਿਹੜਾ ਮਨੁੱਖ ਰੰਗ ਤਮਾਸ਼ਿਆਂ ਵਿੱਚ ਖੱਚਤ ਹੋ ਚੁੱਕਾ ਹੈ, ਉਹਦੇ ਕੋਲ ਆਤਮਿਕ ਰਸ ਕਿੱਥੋਂ ਲੱਭੇਗਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਨਾਲ ਸਾਨੂੰ ਸਮਝਾਉਣਾ ਕੀਤਾ ਕਿ ਸੱਚੇ ਗੁਰੂ ਨੇ ਕਿਰਪਾ ਕੀਤੀ ਤੇ ਇਲਾਹੀ ਬਾਣੀ, ਦਰਗਾਹੀ ਬਾਣੀ ਦੀ ਬਖਸ਼ਿਸ਼ ਕਰਕੇ, ਦਰਗਾਹੀ ਬਾਣੀ ਦੀ ਬਖਸ਼ਿਸ਼ ਨਾਲ ਉਸਨੇ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਵਾ ਦਿੱਤੇ ਹਨ। ਸਾਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ। ਉਹ ਜੀਵ, ਉਹ ਮਨੁੱਖ, ਉਹ ਪ੍ਰਭੂ ਕਾ ਪਿਆਰਾ ਜਿਹੜਾ ਹੈ, ਸੱਚੇ ਦੇ ਗੁਣਾਂ ਨੂੰ ਗਾ ਗਾ ਕੇ, ਉਸ ਸੱਚ ਦੇ ਦਰਸ਼ਨ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਉਹ ਜਿਹੜਾ ਪ੍ਰਭੂ ਪਰਮਾਤਮਾ ਹੈ ਉਸ ਵਿੱਚ ਉਹ ਲੀਨ ਹੋ ਜਾਂਦਾ, ਸਮਾ ਜਾਂਦਾ ਹੈ। ਜਿਵੇਂ ਪਾਣੀ ਦਾ ਬੁਲਬੁਲਾ ਪਾਣੀ ਵਿੱਚ ਸਮਾ ਜਾਂਦਾ ਹੈ, ਇਹ ਜੀਵ ਅਸਲ ਵਿੱਚ ਅਸੀਂ ਜਿਹੜੇ ਜੀਵ ਹੈ ਨਾ, ਜਿਤਨਾ ਵੀ ਸਾਰੀ ਪ੍ਰਕਿਰਤੀ ਹੈ, ਜੇ ਸਮਝ ਵਿੱਚ ਆਵੇ ਕਿ ਇਹ ਪ੍ਰਕਿਰਤੀ ਉਸ ਪਰਮਾਤਮਾ ਦਾ ਦੂਸਰਾ ਰੂਪ ਵੀ ਹੈ। ਆਪਾਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ, ਪਰਮਾਤਮਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਕਿ ਪਰਮਾਤਮਾ ਹੈ, ਹਾਂ ਹੈ। ਤੇ ਹੈ ਕਿੱਥੇ? ਫਿਰ ਸਰਬ ਆਤਮ ਹੈ, ਸਾਰੀਆਂ ਆਤਮਾਵਾਂ ਵਿੱਚ ਉਹਦਾ ਵਾਸਾ ਹੈ। ਸਤਿਗੁਰੂ ਜੀ ਕਹਿੰਦੇ ਹੈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਹਰ ਹਿਰਦਿਆਂ ਦੇ ਅੰਦਰ ਵਸਣ ਵਾਲਾ ਜਿਹੜਾ ਪ੍ਰਭੂ ਪਰਮਾਤਮਾ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ, ਉਹ ਸਾਡੇ ਵਿੱਚ ਵੀ ਹੈ। ਤੇ ਫਿਰ ਕੀ ਹੈ? ਸਾਡੀ ਆਤਮਾ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਮਨੁੱਖ ਦੇ ਜੀਵਨ ਦਾ ਸਫ਼ਰ ਉਤਨੀ ਦੇਰ ਤੱਕ ਚੱਲਦਾ ਹੈ, ਕਿਤਨੀ ਦੇਰ ਤੱਕ? ਜਿਤਨੀ ਦੇਰ ਤੱਕ ਉਹ ਪਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦਾ। ਗੱਲ ਯਾਦ ਰੱਖਿਓ, ਇਹ
ਹਿਰਦੇ ਵਿੱਚ ਵਸਾ ਕੇ ਰੱਖਿਆ ਜੇ ਕਿ ਜਦੋਂ ਤੱਕ ਉਹ ਪਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦਾ, ਪਾਣੀ ਦੀ ਬੂੰਦ ਦਾ ਸਫ਼ਰ ਉਤਨੀ ਦੇਰ ਤੱਕ ਚੱਲਦਾ ਹੈ ਜਦ ਤੱਕ ਉਹ ਆਪਣੇ ਮੂਲ ਨਾਲ, ਅਸਲੇ ਨਾਲ, ਭਾਵ ਸਮੁੰਦਰ ਵਿੱਚ ਜਾ ਕੇ ਸਮਾ ਨਹੀਂ ਜਾਂਦੀ। ਉਹਦਾ ਸਫ਼ਰ ਚੱਲਦਾ ਹੈ, ਸਾਡਾ ਆਤਮਾ ਦਾ ਵੀ ਸਫ਼ਰ ਚੱਲਦਾ ਹੈ। ਤੇ ਪਰਮਾਤਮਾ ਵਿੱਚ ਲੀਨ ਹੋਣ ਲਈ ਇੱਕ ਬਹੁਤ ਜ਼ਰੂਰੀ, ਸਤਿਗੁਰੂ ਜੀ ਨੇ ਵੈਸੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰਿਆ। ਉਹੀ ਜਿਉਂਦਿਆਂ ਮੁਕਤ ਹੁੰਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਦੇ ਕਿਰਪਾ ਨਾਲ, ਸੱਚੇ ਗੁਰੂ ਦੇ ਨਾਲ ਜੁੜ ਕੇ ਅੰਦਰ, ਜਿਹੜੇ ਉਹਦੇ ਅੰਦਰ ਸਾਰੀ ਤ੍ਰਿਸ਼ਨਾ ਦੀ ਅੱਗ ਬਲਦੀ, ਉਹ ਮੁੱਕ ਜਾਵੇ। ਜਦੋਂ ਤੱਕ ਅੰਦਰ ਤ੍ਰਿਸ਼ਨਾਵਾਂ ਚੱਲਦੀਆਂ ਨੇ, ਲੋਭ ਲਾਲਚ ਚੱਲਦਾ ਹੈ, ਉਨੀ ਦੇਰ ਤੱਕ ਜੰਮਣ ਮਰਨ ਦਾ ਗੇੜ ਵੀ ਚੱਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਾਹਿਬ ਪਿਤਾ ਜੀ ਕਿਰਪਾ ਕਰਕੇ ਸਾਨੂੰ, ਜਿਹੜਾ ਜੀਵ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦਾ। ਸਤਿਗੁਰੂ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ। ਕਿਵ ਸਚਿਆਰਾ ਹੋਈਏ, ਕਿਵੇਂ ਸਚਿਆਰ ਬਣਿਆ ਜਾ ਸਕਦਾ ਹੈ? ਪਿਤਾ ਜੀ ਕਿਰਪਾ ਕਰਕੇ ਬਖਸ਼ਿਸ਼ ਕਰੋ। ਤੇ ਕਹਿੰਦੇ ਨੇ ਸਤਿਗੁਰੂ ਜੀ, ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ ਹੈ। ਪਰਮਾਤਮਾ ਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰੋਗੇ ਤੇ ਮੁਸ਼ਕਲਾਂ ਦਾ ਸਾਹਮਣਾ ਸੌਖੇ ਤਰੀਕੇ ਨਾਲ ਹੋ ਜਾਏਗਾ। ਮੁਸ਼ਕਲਾਂ ਜੇ ਆ ਵੀ ਜਾਣਗੀਆਂ ਤੇ ਉਹਨਾਂ ਦਾ ਸਾਹਮਣਾ, ਪਹਿਲੀ ਗੱਲ ਬਹੁਤਾਤ ਮੁਸ਼ਕਲਾਂ ਟਲ ਜਾਂਦੀਆਂ ਨੇ, ਲੇਕਿਨ ਜੇ ਆ ਵੀ ਜਾਣ ਤੇ ਉਹਨਾਂ ਵਿੱਚੋਂ ਆਸਾਨੀ ਨਾਲ ਸਫਲ ਹੋ ਜਾ ਕੇ ਨਿਕਲ ਜਾਈਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਜਦੋਂ ਆਤਮਾ ਉਹਦੇ ਵਿੱਚ ਲੀਨ ਹੋ ਜਾਂਦੀ ਹੈ, ਪਰਮਾਤਮਾ ਦਾ ਰੂਪ ਧਾਰਨ ਕਰ ਜਾਂਦੀ ਹੈ। ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ। ਸੱਚੇ ਗੁਰੂ ਦੀ ਕਿਰਪਾ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਸਾਚਾ ਸਾਹਿਬ ਉਹ ਪਰਮਾਤਮਾ ਸਦੀਵੀ ਇੱਥੇ ਰਹਿਣ ਵਾਲਾ ਜਿਹੜਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਸਤਿਗੁਰੂ ਜੀ ਕਹਿੰਦੇ ਉਹਦੀ ਕਿਰਪਾ ਨਾਲ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਜੀਵ ਦਾ ਹੋ ਜਾਂਦਾ ਹੈ। ਸਾਚਾ ਸਤਿਗੁਰ ਸਾਚ ਬੁਝਾਇਆ, ਪਤ ਰਾਖੈ ਸਚ ਸੋਈ RAM। ਉਹ ਲਾਜ ਇੱਜ਼ਤ ਆਪਣੇ ਭਗਤਾਂ ਦੀ ਰੱਖ ਲੈਂਦਾ। ਕਦੋਂ? ਸੱਚੇ ਸਤਿਗੁਰ, ਜਦੋਂ ਸੱਚੇ ਗੁਰੂ ਦੁਆਰਾ ਸੋਝੀ ਪੈਂਦੀ ਹੈ, ਸਮਝ ਆਉਂਦੀ ਹੈ, ਤੇ ਸੱਚੇ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸੋਝੀ ਦੇ ਨਾਲ ਜਦੋਂ ਜੀਵਨ ਬਤੀਤ ਕਰਦੇ ਆ ਨਾ, ਫਿਰ ਇੱਜ਼ਤ, ਪਤ, ਮਾਣ, ਵਡਿਆਈ, ਸ਼ੋਭਾ ਗੁਰੂ ਦੀ ਕਿਰਪਾ ਨਾਲ ਆਪ ਬਖਸ਼ਿਸ਼ ਹੁੰਦੀ ਹੈ। ਸੰਸਾਰ ਦੇ ਅੰਦਰ ਜੀਵਨ ਵਿੱਚ ਜੀਵ ਕੀ ਚਾਹੁੰਦਾ ਹੈ ਕਿ ਮੇਰੀ ਚੰਗੀ ਸ਼ੋਭਾ ਬਣ ਜਾਏ। ਜਿਹੜੀ ਸ਼ੋਭਾ ਬਣਾਉਣ ਵਾਸਤੇ ਦੌੜਿਆ ਫਿਰਦਾ ਹੈ, ਕਈ ਵਾਰਾਂ ਹੱਥ ਵਿੱਚ ਨਮੋਸ਼ੀਆਂ ਹੀ ਲੱਗਦੀਆਂ। ਸਤਿਗੁਰੂ ਜੀ ਜੇ ਕਿਰਪਾ ਕਰਨ, ਤਰੁੱਠ ਪੈਣ, ਰਹਿਮਤ ਕਰ ਦੇਣ, ਤੇ ਉਹਦੀ ਬਖਸ਼ਿਸ਼ ਦੇ ਨਾਲ ਕੋਈ ਯਤਨ ਕਰ ਰਿਹਾ ਹੋਵੇ, ਯਤਨ ਵੀ ਉਹਦਾ ਅਧੂਰਾ ਪੈ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਸਾਚੇ ਸਤਿਗੁਰ ਸਾਚ ਬੁਝਾਇਆ। ਸੱਚੇ ਗੁਰੂ ਜੀ ਨੇ ਕਿਰਪਾ ਕੀਤੀ, ਸੋਝੀ ਬਖਸ਼ਿਸ਼ ਕੀਤੀ ਤੇ ਲਾਜਪਤ ਬਖਸ਼ਿਸ਼ ਕੀਤੀ ਹੈ। ਸੱਚਾ ਭੋਜਨ ਭਾਉ ਸੱਚਾ ਹੈ, ਸੱਚਾ ਨਾਮ ਸੁਖ ਹੋਈ RAM। ਭਾਉ ਦਾ ਅਰਥ ਹੁੰਦਾ ਹੈ ਪਿਆਰ, ਤੇ ਭਉ ਦਾ ਅਰਥ ਹੁੰਦਾ ਹੈ ਡਰ। ਇੱਥੇ ਸ਼ਬਦ ਵਰਤਿਆ ਹੈ ਭਾਉ, ਤੇ ਭਾਉ ਤੋਂ ਭਾਵ ਪਿਆਰ। ਇੱਕ ਗੱਲ ਮੈਂ ਕਈ ਵਾਰ ਕਹਿ ਚੁੱਕਿਆ, ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ। ਜਿੱਥੇ ਪਿਆਰ ਹੋਵੇ ਉੱਥੇ ਵਪਾਰ ਨਹੀਂ ਹੁੰਦਾ। ਜਿੱਥੇ ਵਪਾਰ ਹੋਵੇ ਉੱਥੇ ਪਿਆਰ ਨਹੀਂ ਹੁੰਦਾ। ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਕੁਛ ਦੇ ਦਿੰਦਾ ਹੈ। ਪਿਆਰ ਉਦੋਂ ਖੁਸ਼ ਹੁੰਦਾ ਜਦੋਂ ਕੁਛ ਦੇ ਦਿੰਦਾ ਹੈ। ਵਪਾਰ ਉਦੋਂ ਖੁਸ਼ ਹੁੰਦਾ ਜਦੋਂ ਕੁਝ ਲੈ ਲੈਂਦਾ ਹੈ। ਪਿਆਰ ਦਾ ਸੁਭਾਅ ਦੇਣਾ ਹੈ, ਵਪਾਰ ਦਾ ਸੁਭਾਅ ਲੈਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ। ਕਹਿਣ ਲੱਗੇ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਅੰਦਰ ਪਿਆਰ ਬਣ ਗਿਆ ਸੱਚੇ ਦੇ ਨਾਲ, ਪ੍ਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ, ਜਿਨ੍ਹਾਂ ਦੇ ਅੰਦਰ ਸੱਚਾ ਪਿਆਰ ਬਣ ਗਿਆ, ਤੇ ਸਾਹਿਬ ਪਿਤਾ ਜੀ ਕੀ ਕਹਿੰਦੇ ਆ, ਸੱਚ ਭੋਜਨ। ਉਹਨਾਂ ਨੇ ਸੱਚੇ ਭੋਜਨ ਦਾ ਆਤਮਕ, ਉਹਨਾਂ ਦੀ ਜਿਹੜੀ ਆਤਮਾ ਦੀ ਖੁਰਾਕ ਸੀ, ਉਹ ਪ੍ਰਮਾਤਮਾ ਦਾ ਨਾਮ ਬਣ ਗਈ। ਜਿਨ੍ਹਾਂ ਨੇ ਆਪਣੀ ਆਤਮਾ ਦਾ ਖੁਰਾਕ ਪ੍ਰਮਾਤਮਾ ਦਾ ਨਾਮ ਬਣਾ ਲਿਆ, ਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਨਾਲ ਪਿਆਰ ਬਣ ਗਿਆ। ਤੇ ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਬਣ ਗਿਆ, ਉਹਨਾਂ ਦੇ ਜੀਵਨ ਵਿੱਚ ਆਤਮਕ ਸੁੱਖ ਪੈਦਾ ਹੋ ਗਿਆ। ਉਹਨਾਂ ਨੂੰ ਫਿਰ ਦੁੱਖ ਨੇ ਦੁਖੀ ਨਹੀਂ ਕੀਤਾ। ਉਹ ਆਤਮਕ ਆਨੰਦ ਵਿੱਚ, ਉਹ ਹਮੇਸ਼ਾ ਦੁੱਖ ਵਿੱਚੋਂ ਵੀ ਸੁੱਖ ਲੱਭ ਲਿਆ ਹੈ। ਸਾਚਾ ਨਾਮ ਸੁਖ ਹੋਈ, ਮਰੈ ਨਾ ਕੋਈ,
ਗਰਭ ਨਾ ਜੂਨੀ ਵਾਸਾ। ਜਦੋਂ ਗੁਰੂ ਦੀ ਕਿਰਪਾ ਹੋਈ, ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਸਤਿਗੁਰੂ ਜੀ ਨੇ ਨਾਮ ਧਨ ਦੀ ਦਾਤ ਬਖਸ਼ਿਸ਼ ਕੀਤੀ ਤੇ ਨਾਮ ਧਨ ਦੀ ਦਾਤ ਬਖਸ਼ਿਸ਼ ਕਰਨ ਦੇ ਨਾਲ ਸੁਖ ਹੋ ਗਿਆ, ਆਤਮਿਕ ਆਨੰਦ ਮਿਲ ਗਿਆ। ਤੇ ਜਦੋਂ ਆਤਮਿਕ ਆਨੰਦ ਮਿਲ ਗਿਆ ਤੇ ਫਿਰ ਉਹਦਾ ਜੰਮਣ ਮਰਨ ਖਤਮ ਹੋ ਗਿਆ ਤੇ ਫਿਰ ਉਹਨੂੰ ਜੂਨਾਂ ਵਿੱਚ ਪੈਣ ਦੀ ਜ਼ਰੂਰਤ ਨਹੀਂ ਪਈ। ਜੋਤੀ ਜੋਤ ਮਿਲਾਈ ਸਚ ਸਮਾਈ, ਸਚ ਨਾਏ ਪਰਗਾਸਾ। ਜਦੋਂ ਗੁਰੂ ਨੇ ਕਿਰਪਾ ਕੀਤੀ ਨਾ ਤੇ ਸ਼ਬਦ ਦਾ, ਗੁਰੂ ਦੇ ਸ਼ਬਦ ਦਾ ਤੇ ਸੁਰਤ ਦਾ ਮਿਲਾਪ ਹੋ ਗਿਆ। ਸ਼ਬਦ ਦਾ ਤੇ ਸੁਰਤ ਦਾ ਜਦੋਂ ਮਿਲਾਪ ਬਣ ਗਿਆ, ਜੋਤੀ ਜੋਤ ਮਿਲਾਈ ਸੱਚ ਸਮਾਈ ਤੇ ਫਿਰ ਸੱਚ ਦੇ ਵਿੱਚ ਸਮਾ ਗਿਆ। ਕਦੋਂ ਸਮਾਇਆ? ਸੱਚ ਨਾਏ ਪ੍ਰਗਾਸਾ, ਜਦੋਂ ਹਿਰਦੇ ਦੇ ਅੰਦਰ ਰੌਸ਼ਨੀ ਹੋਈ, ਚਾਨਣ ਹੋਇਆ, ਪ੍ਰਕਾਸ਼ ਹੋਇਆ, ਗੁਰਸਾਖੀ ਕਾ ਉਜਿਆਰਾ। ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਅੰਦਰ ਦੀਵਾ ਜਗਾਇਆ ਤੇ ਗੁਰੂ ਨੇ ਰੌਸ਼ਨੀ ਕੀਤੀ, ਗਿਆਨ ਦਾ ਦੀਵਾ ਜਦੋਂ ਗੁਰੂ ਨੇ ਅੰਦਰ ਬਾਲਿਆ, ਗੁਰੂ ਦੀ ਕਿਰਪਾ ਹੋ ਗਈ। ਕਿਉਂਕਿ ਜਦੋਂ ਇਹ ਕਦੋਂ ਬਾਲਿਆ? ਜਦੋਂ ਸੁਰਤ ਗੁਰੂ ਦੇ ਸ਼ਬਦ ਨਾਲ ਜੁੜੀ। ਗੁਰੂ ਦੇ ਸ਼ਬਦ ਨਾਲ ਸੁਰਤ ਜੁੜਨ ਦੇ ਨਾਲ ਇਹ ਦੀਵਾ ਅੰਦਰ ਚਾਨਣ ਦਾ ਜਿਹੜਾ ਸੀਗਾ ਉਹ ਜਗ ਗਿਆ, ਅੰਦਰ ਪ੍ਰਕਾਸ਼ ਹੋ ਗਿਆ। ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਣ ਦਿਨ ਸੱਚ ਧਿਆਇਨ। ਸੋ ਜਿਨ੍ਹਾਂ ਨੇ ਸੱਚ ਜਾਤਾ, ਉਸ ਪ੍ਰਭੂ ਪਰਮਾਤਮਾ ਨੂੰ ਜਾਣ ਲਿਆ, ਸਮਝ ਲਿਆ, ਸੇ ਸੱਚੇ ਹੋਏ ਤੇ ਉਹੀ ਉਸ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ, ਪ੍ਰਵਾਨ ਚੜ ਜਾਂਦੇ ਨੇ ਤੇ ਉਹ ਅਨ ਦਿਨ ਦਿਨੇ ਰਾਤ ਉਸ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ। ਨਾਨਕ ਸੱਚ ਨਾਮ ਜਿਨ ਹਿਰਦਾ ਵਸਿਆ, ਨਾ ਵਿਛੁੜ ਦੁਖ ਪਾਏ ਨਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਹੜੇ ਉਹਦੇ ਨਾਲ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਜੁੜ ਗਈ, ਗੁਰੂ ਦੀ ਕਿਰਪਾ ਹੋ ਗਈ ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ, ਉਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੇ। ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਵਸ ਗਿਆ ਤੇ ਸਹਿਬ ਪਿਤਾ ਕਹਿੰਦੇ ਫਿਰ ਕੀ ਹੋਇਆ? ਉਹ ਕਦੀ ਵਿਛੜਦੇ ਨਹੀਂ ਗਏ। ਜਦੋਂ ਗੁਰੂ ਨਾਲ ਜੁੜ ਜਾਂਦੇ ਫਿਰ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ, ਕਿਉਂਕਿ ਵਿਛੜ ਕੇ ਜੀ ਨਹੀਂ ਸਕਦੇ। ਆਖਾਂ ਜੀਵਾਂ ਵਿਸਰੇ ਮਰ ਜਾਓ, ਵਿਛੋੜੇ ਵਿੱਚ ਉਹਨਾਂ ਦੀ ਫਿਰ ਮੌਤ ਹੈ। ਉਹ ਵਿਛੋੜਾ ਨਹੀਂ ਉਹਨਾਂ ਦਾ ਹੁੰਦਾ, ਕਿਉਂਕਿ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਫਿਰ ਉਹ ਕੀ ਹੈ? ਦੁੱਖ ਪਾਏ। ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁੱਖ ਪਾਏਨ। ਫਿਰ ਉਹਨਾਂ ਨੂੰ ਵਿਛੋੜੇ ਦਾ ਦੁੱਖ, ਪ੍ਰਭੂ ਦੇ ਵਿਛੋੜੇ ਦਾ ਦੁੱਖ ਸਹਿਣ ਨਹੀਂ ਕਰਨਾ ਪੈਂਦਾ। ਸੱਚੀ ਬਾਣੀ ਸੱਚੇ ਗੁਣ ਗਾਵਹਿ, ਤਿਤ ਘਰ ਸੁਹਲਾ ਹੋਈ RAM। ਸੱਚੀ ਬਾਣੀ ਸੱਚੇ ਗੁਣ ਗਾਵੇ। ਜਿਹੜੇ ਜੀਵ ਉਹ ਪ੍ਰਭੂ ਪਰਮਾਤਮਾ ਦੀ ਇਲਾਹੀ ਬਾਣੀ, ਦਰਗਾਹੀ ਬਾਣੀ, ਅੰਮ੍ਰਿਤ ਖਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਗੁਣ ਗਾਉਂਦੇ ਨੇ, ਤਿਤ ਘਰ ਸੁਹਲਾ ਹੋਈ RAM, ਤੇ ਉਹਨਾਂ ਦੇ ਹਿਰਦੇ ਘਰ ਦੇ ਅੰਦਰ ਆਤਮਿਕ ਆਨੰਦ, ਆਤਮਿਕ ਸੁਖ, ਆਤਮਿਕ ਟਿਕਾਓ, ਆਤਮਿਕ ਖੜਾਓ, ਆਤਮਿਕ ਹੁਲਾਸ ਪੈਦਾ ਹੁੰਦਾ ਹੈ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ RAM। ਜਿਹੜਾ ਉਹ ਪ੍ਰਭੂ ਪਰਮਾਤਮਾ ਹੈ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਸਾਰੇ ਗੁਣ ਜਿਹਦੇ ਕੋਲ ਨੇ, ਉਹ ਉਸਦੇ ਸਾਰੇ ਗੁਣ ਪਵਿੱਤਰ ਹਨ। ਉਹ ਜਿਹੜਾ ਪਵਿੱਤਰ ਗੁਣਾਂ ਦਾ ਖਜ਼ਾਨਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸਹਿਬ ਪਿਤਾ ਜੀ ਕੀ ਕਹਿੰਦੇ ਹੈ ਕਿ ਹੇ ਭਾਈ, ਤਨ ਮਨ ਸਾਚਾ, ਜਿਨ੍ਹਾਂ ਨੇ ਹਿਰਦੇ ਵਿੱਚ ਉਹ ਗੁਣਾਂ ਦੇ ਖਜ਼ਾਨੇ ਨੂੰ ਵਸਾ ਲਿਆ, ਉਹਨਾਂ ਦਾ ਤਨ ਵੀ, ਸਰੀਰ ਵੀ ਤੇ ਮਨ ਵੀ, ਉਹਨਾਂ ਦਾ ਹਿਰਦਾ ਵੀ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਵਿੱਚ ਸਾਚਾ ਪੁਰਖ ਜਿਹੜਾ ਉਹ ਅਕਾਲ ਪੁਰਖ ਆਪ ਹੈ, ਉਹਦੇ ਅੰਦਰ ਪ੍ਰਤੱਖ ਤੌਰ ਤੇ ਪ੍ਰਗਟ ਹੋ ਜਾਂਦਾ ਹੈ। ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਪ੍ਰਤੱਖ ਤੌਰ ਤੇ ਪ੍ਰਗਟ ਹੋ ਜਾਂਦਾ। ਕਿਹਦੇ? ਜਿਸ ਨੇ ਹਿਰਦੇ ਦੇ ਅੰਦਰ ਉਹਦੇ ਪਵਿੱਤਰ ਗੁਣਾਂ ਨੂੰ ਗਾਇਨ ਕੀਤਾ ਹੈ, ਜਿਹਦੇ ਹਿਰਦੇ ਦੇ ਅੰਦਰ, ਸਰੀਰ ਤੇ ਮਨ ਦੇ ਅੰਦਰ, ਦੋਵਾਂ ਦੇ ਅੰਦਰ, ਯਾਦ ਰੱਖੋ ਇੱਥੇ ਦੋਨਾਂ ਦੀ ਗੱਲ ਕੀਤੀ ਹੈ। ਕਈ ਵਾਰ ਅਸੀਂ ਕਹਿੰਦੇ ਮਨ ਠੀਕ ਹੋਣਾ ਚਾਹੀਦਾ ਹੈ ਤੇ ਤਨ ਦੀ ਕਿਹੜੀ ਗੱਲ ਹੈ, ਅਸੀਂ ਤਾਂ ਮਨ ਠੀਕ ਦੀ ਇਕੱਲੀ ਗੱਲ ਕਰਦੇ। ਇੱਥੇ ਗੱਲ ਦੋਨਾਂ ਦੀ ਕੀਤੀ। ਗੁਰੂ ਦੋਨਾਂ ਨੂੰ ਠੀਕ ਕਰਦਾ ਹੈ, ਤਨ ਵੀ ਠੀਕ ਕਰਦਾ ਹੈ, ਮਨ ਵੀ ਠੀਕ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਜੁੜਨ ਦੀ ਜ਼ਰੂਰਤ ਹੈ। ਸਭ ਸੱਚ ਵਰਤੈ ਸੱਚੋ ਬੋਲੈ, ਜੋ ਸੱਚ ਕਰੈ ਸੋ ਹੋਈ।
ਸਾਰੀ ਜਗ੍ਹਾ ਤੇ ਉਹ ਜੀਵ ਇਹ ਵੇਖਦੇ ਵੀ ਸਾਰੀ ਜਗ੍ਹਾ ਤੇ ਸੱਚ ਜਿਹੜਾ ਹੈ, ਪ੍ਰਭੂ ਪਰਮਾਤਮਾ ਦੀ ਆਪਣੀ ਕਲਾ, ਆਪਣੀ ਕੁਦਰਤ, ਉਹਦੀ ਆਪਣੀ ਬਖਸ਼ਿਸ਼ ਜਿਹੜੀ ਉਹ ਵਰਤ ਰਹੀ ਹੈ। ਜੋ ਬੋਲ ਨੇ ਉਸ ਪ੍ਰਭੂ ਪਰਮਾਤਮਾ ਦੇ ਬੋਲ ਨੇ। ਇੱਕ ਗੱਲ ਯਾਦ ਆ ਗਈ, ਇੱਕ ਵਾਰਾਂ ਪ੍ਰੋਗਰਾਮ ਬਣਾਇਆ, ਘਰ ਘਰ ਜਾ ਕੇ ਬੇਨਤੀ ਕਰ ਲਈ ਕਿ ਅੰਮ੍ਰਿਤ ਛਕੋ। ਅਸੀਂ ਇੱਕ ਨਗਰ ਵਿੱਚ ਗਏ ਤੇ ਨਗਰ ਵਿੱਚ ਜਾ ਕੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਦੇ ਨਜ਼ਦੀਕ ਨਗਰ, ਉੱਥੇ ਜਾ ਕੇ ਬੇਨਤੀ ਕਰਨੀ ਸੀ। ਇੱਕ ਬਜ਼ੁਰਗ ਨੂੰ ਨਾਲ ਲੈ ਕੇ ਤੇ ਪਹਿਲੇ ਘਰ ਆਵਾਜ਼ ਮਾਰੀ, ਗੁਰਮੁਖੋ ਅੰਮ੍ਰਿਤ ਛਕ ਲਓ। ਉਹ ਸੁਭਾਅ ਮੁਤਾਬਕ ਕਹਿੰਦਾ ਬਾਬਾ ਜੀ ਅਜੇ ਨਹੀਂ, ਫੇਰ ਛਕਾਂਗੇ। ਕਹਿਣ ਲੱਗਾ ਜੀ, ਇੱਕ ਉਹ ਬਜ਼ੁਰਗ ਬੋਲ ਪਏ ਜਿਨ੍ਹਾਂ ਦੇ ਬੋਲ ਮੈਨੂੰ ਮਰਨ ਤੱਕ ਯਾਦ ਰਹਿਣਗੇ। ਕਹਿਣ ਲੱਗੇ ਆਪੇ ਹੀ ਆ ਗਏ, ਅਸੀਂ ਥੋੜੀ ਆਏ, ਪ੍ਰਮਾਤਮਾ ਤੂੰ ਇਹਨਾਂ ਦੇ ਘਰ ਵਿੱਚ ਆਏ, ਆਪੇ ਹੀ ਆ ਗਏ, ਆਪੇ ਹੀ ਕਹਿਣਾ ਅੰਮ੍ਰਿਤ ਛਕ ਲਓ, ਅਸੀਂ ਨਹੀਂ ਕਹਿ ਰਹੇ, ਤੂੰ ਕਹਿ ਰਹੇ, ਆਪੇ ਹੀ ਕਹਿਣਾ ਮੈਂ ਨਹੀਂ ਛਕਣਾ, ਤੇਰੀਆਂ ਤੂੰ ਹੀ ਜਾਣੇ। ਇਸ ਤਰੀਕੇ ਨਾਲ ਉਹ ਹਰ ਜਗ੍ਹਾ ਤੇ ਉਸ ਪ੍ਰਮਾਤਮਾ ਦੇ ਦਰਸ਼ਨ ਕਰਦੇ ਨੇ। ਕੀ ਕਹਿ ਰਹੇ ਨੇ ਸਤਿਗੁਰੂ ਜੀ, ਸੱਚ ਸਭ ਸੱਚ ਵਰਤੈ, ਸੱਚੋ ਬੋਲੈ। ਸਾਰੀ ਜਗ੍ਹਾ ਤੇ ਉਹ ਪ੍ਰਭੂ ਪਰਮਾਤਮਾ ਆਪ ਵਰਤ ਰਿਹਾ ਹੈ, ਆਪ ਹੀ ਉਹ ਬੋਲ ਰਿਹਾ ਹੈ। ਸੱਚ ਕਰੈ ਸੋ ਹੋਈ, ਜੋ ਕੁਛ ਉਹ ਕਰਦਾ ਹੈ ਉਹੀ ਹੁੰਦਾ ਹੈ। ਭਾਵ ਸਾਰਾ ਕੁਛ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਜਹ ਦੇਖਾ ਤਹ ਸੱਚ ਪਸਰਿਆ, ਔਰ ਨਾ ਦੂਜਾ ਕੋਈ। ਜਿਹੜੇ ਜਿਹੜੇ ਪਾਸੇ ਨਜ਼ਰ ਮਾਰਦਾ ਹਾਂ, ਦੇਖਦਾ ਹਾਂ, ਸਾਰੇ ਪਾਸੇ ਤੇਰਾ ਪਸਾਰਾ ਪਸਰਿਆ ਹੈ। ਕੋਈ ਦੂਜਾ ਹੋਰ ਹੈ ਹੀ ਨਹੀਂ, ਕੋਈ ਦੂਸਰਾ ਦਿਖਦਾ ਹੀ ਨਹੀਂ ਹੈ। ਇਹੀ ਗੱਲ ਸੀ ਨਾ ਭਾਈ ਕਨ੍ਹਈਆ ਜੀ ਨੇ ਜਲ ਛਕਾਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੂੰ ਕਿਸੇ ਪਾਸੇ ਕੋਈ ਦੂਸਰਾ ਦਿਖਿਆ ਨਹੀਂ। ਕਹਿਣ ਲੱਗੇ ਜਿਹੜੇ ਪਾਸੇ ਵੇਖਦਾ ਸਾਰੇ ਪਾਸੇ ਸੱਚੇ ਪਾਤਸ਼ਾਹ ਕਲਗੀਆਂ ਵਾਲਿਆ ਤੇਰਾ ਰੂਪ ਦਿਖਦਾ ਹੈ। ਸੱਚੇ ਉਪਜੈ ਸੱਚ ਸਮਾਵੈ, ਮਰ ਜਨਮੈ ਦੂਜਾ ਹੋਈ। ਜੋ ਕੁਛ ਪੈਦਾ ਹੋਣ ਵਾਲਾ ਹੈ ਉਹ ਸਾਰਾ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੁੰਦਾ ਹੈ। ਤੇ ਜਿਹੜਾ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਉਹ ਫਿਰ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਤੇ ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਉਹਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰਨ ਵਾਲਿਆਂ ਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ, ਆਤਮਿਕ ਆਨੰਦ ਬਣ ਜਾਂਦਾ ਹੈ। ਲੇਕਿਨ ਜਿਹੜੇ ਉਹਦੇ ਹੁਕਮ ਵਿੱਚ ਨਹੀਂ ਚੱਲਦੇ, ਜਿਹੜੇ ਹੁਕਮ ਅਦੂਲੀ ਕਰਦੇ ਨੇ, ਜਿਹੜੇ ਲੋਕ ਉਸ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਹੀ ਹੋ ਕੇ ਆਪਣੀ ਮਨ ਮਰਜ਼ੀ ਕਰਦੇ ਨੇ, ਜਿਹੜੇ ਗੁਰੂ ਦੀ ਮੱਤ ਤੋਂ ਬਾਹਰ ਚੱਲਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਿਰ ਜੰਮਣ ਮਰਨ ਦਾ ਗੇੜਾ ਪਿਆ ਰਹਿੰਦਾ। ਉਹਨਾਂ ਨੂੰ ਇਹ ਦੁੱਖ ਭੋਗਣਾ ਪੈਂਦਾ ਹੈ, ਉਹਨਾਂ ਨੂੰ ਉਹਨਾਂ ਮੁਸ਼ਕਲਾਂ ਵਿੱਚ ਦੀ ਫਿਰ ਗੁਜ਼ਰਨਾ ਹੀ ਪੈਂਦਾ ਹੈ। ਨਾਨਕ ਸਭ ਕਿਛ ਆਪੇ ਕਰਤਾ, ਆਪ ਕਰਾਵੈ ਸੋਈ। ਇਹ ਚੰਗੇ ਮਾੜੇ ਸਾਰੇ ਕਰਨ ਕਰਾਉਣ ਵਾਲਾ ਉਹ ਆਪ ਕਿਰਪਾ ਕਰਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ। ਕਿਉਂਕਿ ਨੈਗੇਟਿਵ ਪੋਜ਼ਿਟਿਵ ਦੋਨੋਂ ਚਲਾਉਣ ਵਾਲਾ, ਇਹ ਦੋਨੇ ਸ਼ਕਤੀਆਂ ਵੀ ਉਹਨੇ ਹੀ ਪੈਦਾ ਕੀਤੀਆਂ ਨੇ। ਇਹ ਪੈਦਾ ਕਰਨ ਵਾਲਾ ਵੀ ਉਹ ਆਪ ਹੈ। ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਵਖਾਣੇ RAM। ਜਿਹੜੇ ਉਹਦੇ ਦਰ ਦੇ ਰੱਬ ਦੇ ਪਿਆਰੇ ਭਗਤ ਜਨ, ਸਤਿਪੁਰਸ਼ ਨੇ, ਸੱਚੇ ਭਗਤ। ਇੱਕ ਗੱਲ ਯਾਦ ਰੱਖਿਓ, ਭੱਬਾ ਗੱਗਾ ਤੇ ਤੱਤਾ, ਇੱਕ ਸ਼ਬਦ ਆਏਗਾ ਭੱਬਾ ਗੱਗਾ ਤੇ ਤੱਤੇ ਨੂੰ ਔਂਕੜ, ਇੱਕ ਸ਼ਬਦ ਆਏਗਾ ਭੱਬਾ ਗੱਗਾ ਤੇ ਤੱਤੇ ਨੂੰ ਸਿਆਰੀ। ਜਦੋਂ ਭੱਬਾ ਗੱਗਾ ਤੇ ਤੱਤਾ ਹੋਵੇ ਇਹਦਾ ਮਤਲਬ ਬਹੁਵਚਨ ਹੈ, ਬਹੁਤੇ ਭਗਤਾਂ ਦੀ ਗੱਲ ਹੋਏਗੀ। ਭੱਬਾ ਗੱਗਾ ਤੱਤੇ ਨੂੰ ਔਂਕੜ ਆਵੇ ਉਹਦਾ ਮਤਲਬ ਇੱਕ ਵਚਨ ਨਾਉਨ ਹੈ, ਕਿ ਭਾਵ ਕਿ ਉਹ ਇੱਕ ਭਗਤ ਦੀ ਗੱਲ ਹੋਏਗੀ। ਤੱਤੇ ਨੂੰ ਸਿਆਰੀ ਹੋਏ ਤੇ ਇਸਤਰੀਵਾਚਕ ਭਾਵ ਕਿ ਉੱਥੇ ਭਗਤੀ ਦਾ ਅਰਥ ਹੋਏਗਾ। ਇੱਥੇ ਭੱਬਾ ਗੱਗਾ ਤੇ ਤੱਤਾ ਹੈ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਆ, ਕਹਿੰਦੇ ਸੱਚੇ ਭਗਤ ਸੋਹੇ ਦਰਬਾਰੇ, ਸੱਚੋ ਸੱਚ ਵਖਾਣੇ। ਤੇਰੇ ਦਰ ਦੇ ਉੱਤੇ ਜਿਹੜੇ ਤੈਨੂੰ ਧਿਆਉਣ ਵਾਲੇ, ਜਪਣ ਵਾਲੇ ਨੇ, ਬਾਰ-ਬਾਰ ਤੈਨੂੰ ਜਿਹੜੇ ਉਚਾਰਨ ਵਾਲੇ ਨੇ, ਤੇਰਾ ਸਿਮਰਨ ਕਰਨ ਵਾਲੇ ਨੇ, ਜਿਨ੍ਹਾਂ ਨੇ ਹਿਰਦੇ ਅੰਦਰ, ਜਿਨ੍ਹਾਂ ਨੇ ਸਿਮਰਤੀ ਦੇ ਅੰਦਰ ਤੂੰ ਵਸ ਗਿਆ ਹੈ, ਉਹ ਤੇਰੇ ਦਰ ਤੇ ਸ਼ੋਭਾ ਪਾਉਂਦੇ। ਮਾਣ ਵਡਿਆਈ ਉਹਨਾਂ ਨੂੰ ਮਿਲਦੀ ਉਹ ਹੈ। ਕਾਟੇ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ RAM। ਹਿਰਦੇ ਦੇ ਅੰਦਰ ਉਹ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਘਟ ਅੰਤਰੇ ਸਾਚੀ ਬਾਣੀ, ਸਾਚੋ ਆਪ ਪਛਾਣੇ। ਉਹ ਆਪਣੇ ਆਪੇ ਦੀ ਪੜਚੋਲ ਕਰਦੇ ਐ ਤੇ ਉਹ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ, ਆਪਣੇ ਹਿਰਦੇ ਵਿੱਚ ਵੀ ਪ੍ਰਮਾਤਮਾ ਦੇ ਦਰਸ਼ਨ ਕਰਦੇ ਐ। ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ। ਆਪ ਪਛਾਣ ਹੈ ਤਾ ਸੱਚ ਜਾਣ ਹੈ, ਸਾਚੇ ਸੋਝੀ ਹੋਈ। ਉਹ ਆਪ ਪਛਾਣਦੇ ਐ, ਆਪਣੀ ਪੜਚੋਲ ਕਰਦੇ ਆ ਤੇ ਪ੍ਰਭੂ ਪਰਮਾਤਮਾ ਨੂੰ ਜਾਣਦੇ ਆ। ਇਹ ਸੋਝੀ ਗੁਰੂ ਕਿਰਪਾ ਕਰਦਾ, ਪ੍ਰਭੂ ਪਰਮਾਤਮਾ ਦੀ ਸੋਝੀ ਹੁੰਦੀ ਹੈ। ਸੱਚਾ ਸ਼ਬਦ ਸੱਚੀ ਹੈ ਸੋਭਾ,
ਸਾਚੇ ਹੀ ਸੁਖ ਹੋਈ। ਉਸ ਵਾਹਿਗੁਰੂ ਦਾ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਸਦੀਵੀ ਇੱਥੇ ਰਹਿਣ ਵਾਲਾ ਜਿਹੜਾ ਪ੍ਰਭੂ ਪਰਮਾਤਮਾ ਦਾ ਸ਼ਬਦ ਹੈ, ਜਦੋਂ ਉਹ ਹਿਰਦੇ ਦੇ ਅੰਦਰ ਵਸਦਾ ਹੈ ਤੇ ਆਤਮਿਕ ਆਨੰਦ ਬਣਦਾ ਹੈ। ਸੱਚੀ ਹੈ ਸੋਭਾ, ਸੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਮਾਣ ਵਡਿਆਈ ਸੱਚੀ ਬਣਦੀ ਹੈ। ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਦੂਸਰਾ ਮੋਹ ਮਾਇਆ ਦਾ, ਲੋਭ ਲਾਲਚ ਦਾ, ਵਿਸ਼ੇ ਵਿਕਾਰਾਂ ਦਾ, ਦੁਈ ਦਵੈਸ਼ ਦਾ ਰੰਗ ਉਹਨਾਂ ਤੇ ਨਹੀਂ ਚੜਦਾ। ਉਹ ਇਹਨਾਂ ਮਾਰਾਂ ਤੋਂ ਬਚ ਕੇ ਉਹ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਤੇ ਦੂਜੀਆਂ ਹੋਰ ਕੋਈ ਰੰਗ ਦੁਈ ਦਵੈਸ਼ ਦਾ ਨਹੀਂ ਨੇੜੇ ਆਉਂਦਾ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਇਹ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਵੱਲੋਂ ਧਰੋਂ ਲਿਖਿਆ ਹੋਇਆ ਲੇਖ ਪ੍ਰਭੂ ਪਰਮਾਤਮਾ ਦਾ, ਇਹ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ। ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਸਾਨੂੰ ਅੰਮ੍ਰਿਤ ਬਖਸ਼ਣ ਬਖਸ਼ਿਸ਼ ਕੀਤਾ ਹੈ। ਸ਼ਬਦ ਕੁਸ਼ਲ ਮੇਰਾ ਸੀ, ਥੋੜਾ ਵਕਤ ਵਧੇਕ। ਸਮੁੱਚੀਆਂ ਸਿੱਖ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਸੋ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ੀ ਹੋਈ ਰੂਹ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹਾਂ। ਜਿੱਥੇ ਸਮੁੱਚੇ ਗੁਰਦੁਆਰਾ ਮੰਜੀ ਸਾਹਿਬ ਦੇ ਪ੍ਰਬੰਧਾ ਭਾਈ ਗੁਰਸੇਵਕ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਦਾ, ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਵਸਾਉਣੇ। ਇੱਕ ਅਰਦਾਸ ਮੇਰੇ ਵਾਸਤੇ ਵੀ ਕਰ ਦੇਣੀ। ਸਤਿਗੁਰੂ ਜੀ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਐ ਪਰ ਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਇਹ ਅਰਦਾਸ ਮੇਰੇ ਵਾਸਤੇ ਵੀ ਕਰ ਦੇਣੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ ਜੀ। ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ। ਨਾਨਕ ਜਿਸ ਕੋ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ